ਵਿਜ਼ਨ ਪੰਜਾਬ TV ਵੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਕੌਮਿਤਾ ਮਿਨਹਾਸ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟ੍ਰੇਟ ਟਾਕ ਤੇ ਸਟ੍ਰੇਟ ਟਾਕ ਵਿੱਚ ਸਾਡੇ ਨਾਲ ਨੇ ਪੋਲੀਟੀਕਲ ਐਨਾਲਿਸਟ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਵਿਜ਼ਨ ਪੰਜਾਬ TV। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਅਸੀਂ ਗੱਲ ਜਿਹੜੇ ਕਾਫੀ ਮੁੱਦਿਆਂ ਤੇ ਕਰਨੀ ਆ, ਪਰ ਸਭ ਤੋਂ ਪਹਿਲਾਂ ਅਸੀਂ ਕਰਤਾਰਪੁਰ ਕੋਰੀਡੋਰ ਤੇ ਹੀ ਗੱਲ ਕਰ ਲਈਏ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਲਈ ਪਾਕਿਸਤਾਨ ਵੱਲੋਂ ਤਾਂ ਕਿਹਾ ਗਿਆ ਸੀਗਾ, ਪਰ ਸੈਂਟਰ ਨੇ ਜਿਸ ਤਰ੍ਹਾਂ ਕਹਿ ਦਿੱਤਾ ਸੀਗਾ ਕਿ ਬਹੁਤ ਘੱਟ ਸਮਾਂ ਦਿੱਤਾ ਗਿਆ, ਪਰ ਨਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਕਿੰਨੇ ਕੁ ਸਮੇਂ ਬਾਅਦ ਅਸੀਂ ਖੋਲ੍ਹ ਸਕਦੇ ਹਾਂ, ਤੇ ਨਾ ਹੀ ਇਸ 'ਤੇ ਕੋਈ ਗੱਲ ਹੋ ਰਹੀ ਹੈ। ਤੇ ਅਸੀਂ ਇਹ ਉਮੀਦ ਜਤਾ ਰਹੇ ਸੀ, ਜਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਇਸ 'ਤੇ, ਕਿ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਉੱਤੇ ਕਹਿਣ ਕਿ ਹਾਂ ਸਾਨੂੰ ਜਿਹੜਾ ਕਰਤਾਰਪੁਰ ਕੋਰੀਡੋਰ ਖੁੱਲ੍ਹਣਾ ਚਾਹੀਦਾ ਆ, ਚਾਹੇ ਥੋੜ੍ਹਾ ਸਮਾਂ ਪਾ ਕੇ ਜਾਂ ਹਫ਼ਤਾ ਜਾਂ ਜਿੰਨੇ ਵੀ ਦਿਨ ਨੂੰ ਚਾਹੀਦੇ ਨੇ ਸਰਕਾਰ ਨੂੰ ਤਿਆਰੀ ਲਈ ਖੋਲ੍ਹਿਆ ਜਾਵੇ। ਪਰ ਉਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਤੇ ਉਹਨਾਂ ਵੱਲੋਂ ਵੀ ਇਹੀ ਬਿਆਨ ਦਿੱਤਾ ਗਿਆ ਹੈ ਕਿ ਜਿਹੜਾ ਬਹੁਤ ਘੱਟ ਸਮਾਂ ਦਿੱਤਾ ਗਿਆ। ਦੇਖੋ ਕੌਮਿਤਾ, ਇਹ ਇੱਕ ਬੜੀ ਵੱਡੀ ਰਾਜਨੀਤੀ ਦਾ ਸਵਾਲ ਹੈਗਾ। ਸਾਡੀ ਇੰਡੀਅਨ ਗਵਰਨਮੈਂਟ ਨੂੰ, ਭਾਰਤੀ ਸਰਕਾਰ ਨੂੰ ਇਹ ਲਗਾਤਾਰ ਲੱਗ ਰਿਹਾ ਹੈ ਕਿ ਜਿਵੇਂ ਪਾਕਿਸਤਾਨ ਤੇ ਉਹਨਾਂ ਲਈ ਮੇਨ ਮੁੱਦਾ ਹਮੇਸ਼ਾ ਰਹਿੰਦਾ ਆ, ਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇਹ ਸੋਚਦੀ ਹੈ ਵੀ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਪਾਕਿਸਤਾਨ ਵੱਲੋਂ ਆਉਂਦਾ ਆ, ਇਮਰਾਨ ਖਾਨ ਵੱਲੋਂ ਆਉਂਦਾ ਆ, ਉਸ ਦੀ ਅਸੀਂ ਜਾਂ ਤਾਂ ਉਸ ਅਪੀਲ ਨੂੰ ਦੱਬ ਦਈਏ ਜਾਂ ਉਸ ਨੂੰ ਵਿੰਗਾ ਟੇਢਾ ਪੁੱਠਾ ਲਟਕਾ ਕੇ ਦੂਜੇ ਤਰ੍ਹਾਂ ਦੇਖਣ ਲਗਾ ਦਈਏ, ਚਮਗਾਦੜਾਂ ਵਾਂਗੂ ਉਲਟਾ ਦਿਖਾ ਦਈਏ। ਉਹ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ, ਔਰ ਇਮਰਾਨ ਖਾਨ ਹਮੇਸ਼ਾ ਇਸ ਗੱਲ ਤੇ ਬਾਜੀ ਮਾਰ ਗਿਆ ਕਰਤਾਰਪੁਰ ਲਾਂਘੇ ਤੇ। ਜਿੰਨੀਆਂ ਅਸੀਂ ਡੇ 1 ਤੋਂ ਕੰਡੀਸ਼ਨਾਂ ਲਾਉਂਦੇ ਰਹੇ, ਲਿਖੋ ਜੀ ਪਾਸਪੋਰਟ ਨਹੀਂ ਚਾਹੀਦਾ, ਇਹ ਤੇ ਸਿੰਪਲ, ਉਹਨੇ ਕਿਹਾ ਚੰਗਾ ਜੀ ਨਾ ਦਿਖਾਓ। ਫਿਰ ਅਸੀਂ ਕਿਹਾ ਜੀ ਦੇਖੋ 500 ਬੰਦੇ ਕਿਉਂ, ਅਸੀਂ ਤਾਂ 5000 ਬੰਦੇ ਚਾਹੀਦੇ ਆ, ਸਾਡੇ ਤੇ ਬਹੁਤ ਹਜੂਮ ਉੱਥੇ ਉਮੜ ਕੇ ਆਉਣਗੇ ਦਰਸ਼ਨ ਕਰਨ ਲਈ। ਇੰਨੇ ਸਾਲਾਂ ਦੇ ਲੋਕ ਜਿਹੜੇ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਆ, ਅਰਦਾਸਾਂ ਕਰ ਰਹੇ ਸੀ, ਉਹ 5000 ਕਰਤੇ। 5000 ਭਾਵੇਂ ਪੂਰੇ ਸਾਡੇ ਕੋਲ ਬਹੁਤ ਵਾਰੀ ਨਹੀਂ ਹੁੰਦੇ, ਪਰ ਉਹਨਾਂ ਨੇ ਕਰ ਦਿੱਤੇ। ਕਈ ਗੱਲਾਂ ਅਸੀਂ ਇਹੋ ਜਿਹੀਆਂ ਜਿਹਨੂੰ ਕਹਿੰਦੇ ਆ ਵਿੱਚ ਅਟਕਲ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਇਮਰਾਨ ਖਾਨ ਕਿਤੇ ਵੀ ਉਸ ਗੱਲ ਤੋਂ ਡੋਲੇ ਨਹੀਂ। ਤੁਹਾਨੂੰ ਇੱਕ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਦੋਂ ਧਾਰਾ 370 ਹਟ ਗਈ ਔਰ ਸਾਡੇ ਜਿਹੜੇ ਇੱਕ ਦੂਜੇ ਨਾਲ ਰਿਲੇਸ਼ਨ ਸੀ ਉਹ ਖੱਟੇ ਹੋ ਗਏ, ਵਪਾਰ ਦੇ ਉੱਤੇ ਵੀ ਰੋਕਾਂ ਲੱਗ ਗਈਆਂ, ਔਰ ਜਿਹੜੇ ਕਾਂਸੂਲੇਟ ਲੈਵਲ ਦੇ ਵੀ ਰਿਲੇਸ਼ਨ ਅਸੀਂ ਥੱਲੇ ਡੈਗਰੇਡ ਕਰ ਦਿੱਤੇ, ਤਾਂ ਸਾਰਿਆਂ ਨੂੰ ਇਹ ਲੱਗਦਾ ਸੀਗਾ ਕਿ ਹੁਣ ਕਰਤਾਰਪੁਰ ਦੀ ਸੈਕਰੀਫਾਈਸ ਹੋ ਗਈ, ਉਹਦੀ ਤਾਂ ਕੁਰਬਾਨੀ ਵਿੱਚ ਹੋ ਗਈ। ਉਦੋਂ ਵੀ ਨਹੀਂ ਹੋਇਆ, ਇਹ ਖੁੱਲ੍ਹਿਆ, ਔਰ ਪ੍ਰਧਾਨ ਮੰਤਰੀ ਜੀ ਮੋਦੀ ਵੀ ਉੱਥੇ ਆਏ ਔਰ ਸਾਰਾ ਕੁਝ ਹੋਇਆ। ਉਹਦੇ ਬਾਵਜੂਦ ਵੀ ਹੁਣ ਇੰਨੇ ਦਿਨ ਲੰਘ ਗਏ, ਤੁਸੀਂ ਦੇਸ਼ ਦੇ ਅੰਦਰ ਸਾਡੇ ਪ੍ਰਧਾਨ ਮੰਤਰੀ ਹੁਣਾਂ ਨੇ ਖੁੱਲ੍ਹ ਦੇਤੀ 8 ਜੂਨ ਤੋਂ। ਬਿਲਕੁਲ ਹਰ ਤਰ੍ਹਾਂ ਦੀ ਛੋਟ ਦਿੱਤੀ। ਬਿਲਕੁਲ ਤੁਸੀਂ ਜਾ ਸਕਦੇ ਆ, ਤੁਸੀਂ ਦਰਬਾਰ ਸਾਹਿਬ 'ਚ ਜਾ ਸਕਦੇ ਆ, ਤੁਸੀਂ ਜਗਨਨਾਥਪੁਰੀ ਦੇ ਵਿੱਚ ਰੱਥ ਯਾਤਰਾ ਕਰ ਸਕਦੇ ਆ। ਕਿਹੜੀ ਗੱਲ ਤੇ ਆ, ਉਹ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਇਹ ਤੇ ਧਰਮ ਦੀ ਇੰਨੀ ਕਿਤੇ ਆਜ਼ਾਦੀ ਦਿਓ। ਹਾਂ, ਬਾਕੀ ਜਿਹੜੇ SOP ਸਪੈਸ਼ਲ ਜਿਹੜੇ ਪ੍ਰੋਸੀਜਰ ਆ, ਉਹਨਾਂ ਨੂੰ ਪ੍ਰੋਟੋਕੋਲ ਆ, ਉਹਨਾਂ ਨੂੰ ਤੁਹਾਨੂੰ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ। ਉਹ ਤੇ ਬਿਲਕੁਲ ਗੱਲ ਠੀਕ ਹੈਗੀ। ਇੱਥੇ ਆ ਕੇ ਫਿਰ ਉਹ ਬਾਜੀ ਮਾਰ ਗਿਆ ਇਮਰਾਨ ਖਾਨ। ਉਹਨੇ ਕਿਹਾ ਕਿ ਦੇਖੋ ਜੀ ਆ ਲਓ, ਮੈਂ 3 ਦਿਨਾਂ ਬਾਅਦ ਖੋਲ੍ਹਣ ਲਈ ਤਿਆਰ ਬੈਠਾ, ਜਿਹੜਾ ਮੰਡੇ ਲੰਘ ਗਿਆ ਆ, ਤੁਸੀਂ ਤਾਂ ਮੈਨੂੰ ਇਜਾਜ਼ਤ ਦਿਓ। ਇਹ ਕੀ ਕਹਿੰਦੇ ਜੀ ਦੇਖੋ ਸਾਡੇ ਜਿਹੜੇ ਆਪਸੀ ਸਮਝੌਤਾ MOU ਉਹਦੇ ਵਿੱਚ ਘੱਟੋ ਘੱਟ 7 ਦਿਨ ਸਾਨੂੰ ਮਿਲਣੇ ਚਾਹੀਦੇ। 7 ਦਿਨ ਲੈ ਲਓ, ਹੁਣ ਤੇ 7 ਵੀ ਹੋ ਜਾਣੇ। ਪਰ ਅਜਿਹਾ ਵੀ ਕੋਈ ਬਿਆਨ ਨਹੀਂ ਆਇਆ ਨਾ, ਹਾਲਾਂਕਿ ਜਥੇਦਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਇਸ ਨੂੰ ਖੋਲ੍ਹਿਆ ਜਾਵੇ, ਨਾ ਤਾਂ ਸੈਂਟਰ ਸਰਕਾਰ ਵੱਲੋਂ ਤੇ ਨਾ ਸਟੇਟ ਸਰਕਾਰ ਵੱਲੋਂ ਕੋਈ ਅਜਿਹਾ ਕੋਈ ਬਿਆਨ ਆਇਆ ਕਿ ਅਸੀਂ ਖੋਲਾਂਗੇ ਜਾਂ ਤਿਆਰੀਆਂ ਕਰ ਰਹੇ ਹਾਂ ਅਸੀਂ ਇਸ ਦੇ ਰਿਗਾਰਡਿੰਗ। ਕੋਈ ਵੀ ਅਜਿਹਾ ਜਿਹੜਾ ਬਿਆਨ ਨਹੀਂ ਆਇਆ। ਕੌਮਿਤਾ, ਉਹਨਾਂ ਤੇ ਗੱਡੇ ਨਾਲ ਕੱਟਾ ਬੰਨ੍ਹ ਦਿੱਤਾ। ਤੁਹਾਨੂੰ ਇਹ ਸਾਡੀ ਕਹਾਵਤ ਆ ਵੀ ਜਦੋਂ ਕੋਈ ਨਾ ਕੰਮ ਕਰਨਾ ਹੋਵੇ ਉਲਟੀ ਜੀ ਗੱਲ ਕਰ ਦੋ। ਕਹਿੰਦੇ ਆ ਜੀ ਰਾਵੀ ਦੇ ਪਹਿਲਾਂ ਪੁਲ ਬਣਾਓ, ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ। ਹੁਣ ਪੁਲ ਬਰਸਾਤਾਂ 'ਚ ਕਿੱਥੇ ਬਣ ਜੂ? ਇਹਦਾ ਮਤਲਬ ਖੋਲਣ ਦਾ ਇਰਾਦਾ ਨਹੀਂ ਹੈਗਾ। ਇਹ ਗੱਲ ਹੈ, ਮੈਸੇਜ ਦੇ ਦਿੱਤਾ ਹੈ ਉਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਦੇਖ ਲਿਆ ਕਿ ਉੱਥੇ ਜੀਤ ਡੋਵਾਲ ਦੀ ਜਾਂ ਮੋਦੀ ਦੀ ਅੱਖ ਕਿੱਧਰ ਨੂੰ ਚੱਲ ਰਹੀ ਆ, ਉਹੋ ਜਿਹਾ ਬਿਆਨ ਉਹਨਾਂ ਨੇ ਦੇ ਦਿੱਤਾ। ਉਹ ਜੀ ਬਹੁਤ ਕਾਹਲੀ ਨਾਲ ਇੰਨਾ ਸੌਖਾ ਨਹੀਂ ਹੋ ਸਕਦਾ, ਸਾਨੂੰ ਟਾਈਮ ਨਹੀਂ ਮਿਲਿਆ। ਤੁਸੀਂ ਇਹ ਗੱਲ ਨਾ ਦੇਖੋ, ਜਿਹੜੀ ਤੁਹਾਡੀ ਸਿੱਖ ਮਾਮਲਿਆਂ ਦਾ ਮਾਮਲਾ, ਉਹ ਸਾਡੀ ਇੱਕ ਸਰਵਉੱਚਤਮ ਬਾਡੀ ਹੈਗੀ ਆ, SGPC ਹੈਗੀ ਆ। ਉਹਨਾਂ ਦੇ ਅਕਾਲ ਤਖਤ ਦੇ ਜਥੇਦਾਰ ਆ, ਲੌਂਗੋਵਾਲ ਜੀ ਉਹਨਾਂ ਦੇ SGPC ਦੇ ਪ੍ਰਧਾਨ ਆ। ਉਹਨਾਂ ਦੋਵਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਖੋਲ੍ਹਣਾ ਚਾਹੀਦਾ। ਤੁਸੀਂ ਰਾਜਨੀਤਿਕ ਲੋਕ ਜਿਹੜੇ ਆ ਉਹ ਕਿਸੇ ਦੇ ਬਿਹਾਫ ਦੇ ਉੱਤੇ ਆਪ ਆਪਣੀਆਂ ਟੰਗਾਂ ਵਿੱਚ ਫਸਾ ਕੇ ਕਿਉਂ ਫੈਸਲੇ ਲੈਂਦੇ? ਇਹਨਾਂ ਨੇ ਠੇਕਾ ਲੈ ਲਿਆ ਸਾਰੇ ਧਰਮਾਂ ਦਾ। ਤੁਸੀਂ ਫਿਰ ਪੂਰੀ ਕਿਉਂ ਖੋਲ੍ਹਿਆ? ਤੁਸੀਂ ਹੋਰ ਮੰਦਿਰ ਕਿਉਂ ਖੋਲ੍ਹੇ ਆ? ਤੁਸੀਂ ਸਾਰੇ ਬੰਦ ਕਰੋ, ਜੇ ਕਰਨਾ ਤੇ ਸਾਰਾ ਕੁਝ ਬੰਦ ਕਰੋ, ਜੇ ਖੋਲ੍ਹਣਾ ਤੇ ਸਾਰੇ ਖੋਲੋ, ਔਰ ਕਰਤਾਰਪੁਰ ਲਾਂਘਾ ਵੀ ਖੋਲੋ। ਇਹ ਗੱਲ ਕਹਿ ਕੇ ਕਿ ਤੁਸੀਂ ਉੱਥੇ ਲੋਕ ਨਹੀਂ ਜਾਣੇ ਚਾਹੀਦੇ, ਇਹ ਤੇ ਇੱਕ ਬਹੁਤ ਹੀ, ਇਹਦਾ ਮਤਲਬ ਸਾਰਾ ਕੁਝ ਕਰਨ ਤੋਂ ਬਾਅਦ ਵੀ, ਲਾਂਘਾ ਖੋਲ੍ਹਣ ਤੋਂ ਬਾਅਦ, ਸਾਰੇ ਜਸ਼ਨ ਮਨਾਉਣ ਤੋਂ ਬਾਅਦ, ਉਤਸਵ ਮਨਾਉਣ ਤੋਂ ਬਾਅਦ, ਮਾੜੀ ਜੀ ਤੁਸੀਂ ਸਵਾਹ ਦੀ ਪੁੜੀ ਫਿਰ ਸਾਰਾ ਕੁਝ ਤਿਆਰ ਕਰਨ ਤੋਂ ਬਾਅਦ ਉੱਤੇ ਪਾ ਰਹੇ ਆ।
ਇਹ ਮਾੜੀ ਗੱਲ ਆ। ਇਸ ਤੋਂ ਇਹਨਾਂ ਨੂੰ ਆਪਣਾ ਪੁਰਾਣੀਆਂ ਸਾਰੀਆਂ ਗੱਲਾਂ ਤੋਂ ਸਿੱਖਣਾ ਚਾਹੀਦਾ, ਔਰ ਸਿੱਖ ਸੈਂਟੀਮੈਂਟਸ ਨੂੰ ਮੁੱਖ ਮੱਦੇਨਜ਼ਰ ਰੱਖਦੇ ਹੋਏ ਸਾਡੇ ਜਿਹੜੇ ਪ੍ਰਧਾਨ ਜੀ SGPC ਦੇ ਲੌਂਗੋਵਾਲ ਜੀ ਔਰ ਅਕਾਲ ਤਖਤ ਦੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ, ਦੋਵਾਂ ਦੀ ਜਿਹੜੀ ਆ ਇਸ ਗੱਲੋਂ ਜਿਹੜੀ ਆਈ ਆ ਰਿਕੁਐਸਟ ਕਹਿ ਲਓ ਜਾਂ ਤੁਸੀਂ ਉਹਨਾਂ ਵੱਲੋਂ ਖੋਲਣ ਦੀ ਜਿਹੜੀ ਬਿਲਕੁਲ ਉਹਨਾਂ ਵੱਲੋਂ ਇਹ ਸੁਜੈਸ਼ਨ ਆਇਆ ਆ, ਉਸ ਨੂੰ ਸਾਨੂੰ ਫੁੱਲ ਚੜਾਉਣੇ ਚਾਹੀਦੇ ਆ ਕੌਮੀ। ਬਿਲਕੁਲ ਜੀ, ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ। ਪਰ ਹੁਣ ਜੇ ਅਸੀਂ ਇੱਕ ਹੋਰ ਅਹਿਮ ਮੁੱਦੇ ਦੀ ਪੰਜਾਬ ਦੀ ਗੱਲ ਕਰ ਲਈਏ ਤਾਂ ਅਸੈਂਬਲੀ ਸੈਸ਼ਨ ਆਖਿਰਕਾਰ ਹੁਣ ਬੁਲਾਉਣ ਦੇ ਲਈ ਕਹਿ ਦਿੱਤਾ ਗਿਆ ਹੈ ਕਿ ਬੁਲਾਇਆ ਜਾਊਗਾ, ਤੇ ਉਹਦੇ ਵਿੱਚ ਚਾਹੇ ਕਿਸਾਨ ਆਰਡੀਨੈਂਸ ਦਾ ਮੁੱਦਾ ਹੋਵੇ, ਚਾਹੇ ਇਲੈਕਟ੍ਰਿਸਿਟੀ ਅਮੈਂਡਮੈਂਟ ਜਿਹੜਾ ਕਿ ਸੈਂਟਰ ਵੱਲੋਂ ਜਿਹੜਾ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਉਸ ਦੇ ਜਿਹੜੇ ਮੁੱਦੇ ਚੱਕੇ ਜਾਣਗੇ। ਇੱਥੇ ਸਾਫ਼ ਤੌਰ ਤੇ ਇਹ ਦਿਖਣ ਚ ਆ ਰਿਹਾ ਹੈ ਕਿ ਸੈਂਟਰ ਸਾਰੀ ਪਾਵਰ ਜਿਹੜੀ ਆ ਸਟੇਟ ਦੀ ਆਪਣੇ ਹੱਥ 'ਚ ਲੈਣ ਨੂੰ ਜਿਹੜੀ ਆ ਉਹ ਫੇਰ ਰਹੀ ਹੈ। ਤੁਹਾਨੂੰ ਲੱਗਦਾ ਕਿ ਅਸੈਂਬਲੀ ਸੈਸ਼ਨ 'ਚ ਕੋਈ ਜਿਹੜਾ ਲੋਕਾਂ ਦੇ ਜਿਹੜਾ ਅਸੈਂਬਲੀ ਸੈਸ਼ਨ ਦੇ ਨਾਲ ਲੋਕਾਂ ਨੂੰ ਕੋਈ ਰਾਹਤ ਮਿਲ ਪਾਊਗੀ? ਦੇਖੋ, ਦੋ ਗੱਲਾਂ ਆਰਥਿਕ ਲੈਵਲ ਤੇ ਇੱਕ ਰਾਜਨੀਤਿਕ ਲੈਵਲ ਤੇ। ਇੱਕ ਤੇ ਪ੍ਰਾਈਵੇਟ ਅਦਾਰਿਆਂ ਨੂੰ ਬਿਲਕੁਲ ਧੜਾ ਧੜ ਜਿਹੜਾ ਆ ਮਜ਼ਬੂਤੀ ਦੇਣੀ, ਔਰ ਉਹਦੇ ਨਾਲ ਹੀ ਪਬਲਿਕ ਸੈਕਟਰ ਨੂੰ ਲਗਾਤਾਰ ਹੁੰਜਾ ਫੇਰੀ ਜਾਣਾ, ਇਹ ਗੱਲਾਂ ਲਗਾਤਾਰ ਚੱਲ ਰਹੀਆਂ। ਦੂਸਰਾ ਜਿਹੜੇ ਰਾਜਨੀਤਿਕ ਤੌਰ ਤੇ ਜਿਹੜਾ ਸੰਘੀ ਢਾਂਚਾ ਉਹਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਜਾ ਰਿਹਾ ਆ, ਔਰ ਉਹਦੇ ਵਿੱਚ ਜਿਹੜੇ ਸਟੇਟ ਸਬਜੈਕਟ ਹੈਗੇ, ਐਗਰੀਕਲਚਰ ਸਟੇਟ ਸਬਜੈਕਟ ਆ, ਉਹਦਾ ਕੋਈ ਜਿਹੜਾ ਸੈਂਟਰ ਦਾ ਉਹਦੇ 'ਚ ਲੈਣਾ ਦੇਣਾ ਨਹੀਂ ਹੈਗਾ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ 3 ਆਰਡੀਨੈਂਸ ਬਿਨਾਂ ਕਿਸੇ ਸੂਬੇ ਨੂੰ ਉਹਦੇ 'ਚ ਕੌਨਫੀਡੈਂਸ ਲਿਆ ਸਿੱਧੇ ਆਰਡੀਨੈਂਸ ਜਾਰੀ ਕਰਤੇ ਆ। ਤੁਸੀਂ ਐਡੀ ਕਿਹੜੀ ਐਮਰਜੈਂਸੀ ਸੀ ਕਿ ਤੁਹਾਨੂੰ ਆਰਡੀਨੈਂਸ ਜਾਰੀ ਕਰਦੇ? ਤੇ ਕਰੋਨਾ ਵਾਇਰਸ ਨਾਲ ਸੰਬੰਧਿਤ ਸੀ, ਚੀਨ ਦੇ ਬਾਰਡਰ ਦੇ ਨਾਲ ਸੰਬੰਧਿਤ ਸੀ, ਤੁਹਾਨੂੰ ਆਰਡੀਨੈਂਸ ਕਰਨੇ ਪਏ। ਜੇ ਤੁਸੀਂ ਕੋਈ ਇਹੋ ਜਿਹਾ ਕਾਇਦਾ ਕਾਨੂੰਨ ਲਿਆਉਣਾ, ਜੇ ਤੁਸੀਂ ਕੋਈ ਬਦਲਣਾ ਹੈਗਾ ਆ, ਤਾਂ ਫਿਰ ਤੁਸੀਂ ਪਹਿਲਾਂ ਪਾਰਲੀਮੈਂਟ 'ਚ ਥਾਰੋਲੀ ਡਿਸਕਸ ਕਰੋ, ਸਮੁੱਚੇ ਭਾਰਤ ਦੀ ਓਪੀਨੀਅਨ ਬਣਾਓ, ਉੱਥੇ ਹਰ ਪਾਰਟੀ ਦਾ ਉੱਥੇ ਬੰਦੇ ਹੋਣਗੇ ਤੇ ਇੱਕ ਕਲੈਕਟਿਵ ਓਪੀਨੀਅਨ ਬਣ ਕੇ ਆਊਗੀ। ਇਹ ਬਿਲਕੁਲ ਸਰਾਸਰ ਧੱਕਾ। ਕਰੋਨਾ ਬਿਮਾਰੀ ਦੇ ਆੜ ਦੇ ਥੱਲੇ ਐਡੇ ਵੱਡੇ ਰਾਜਨੀਤਿਕ ਫੈਸਲੇ ਲਾਏ ਜਾ ਰਹੇ ਆ ਕਿ ਜਿਸ ਦੇ ਨਾਲ ਸਾਡੇ ਸੰਵਿਧਾਨ ਦਾ ਬੇਸਿਕ ਸਟਰਕਚਰ ਖਤਮ ਹੋਣ ਵੱਲ ਜਾ ਰਿਹਾ। ਐਕਚੁਅਲੀ ਪ੍ਰੈਕਟੀਕਲੀ ਬਹੁਤ ਕਰ ਦਿੱਤਾ ਗਿਆ, ਕਾਗਜ਼ਾਂ 'ਚ ਜ਼ਰੂਰ ਪਿਆ। ਜਿਸ ਤਰੀਕੇ ਨਾਲ ਪਾਲਿਸੀਜ਼ ਆ ਰਹੀਆਂ ਉਹਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ, ਉਹਨੂੰ ਸਿੱਕੇ ਟੰਗ ਕੇ। ਪਾਵਰ ਦਾ ਮਾਮਲਾ ਲੈ ਲਓ, ਕਿਉਂ ਕੀਤਾ ਜਾ ਰਿਹਾ ਜੀ ਪਾਵਰ ਦਾ ਮਾਮਲਾ? ਕਿਉਂ ਸੈਂਟਰ ਆਪਣੇ ਹੱਥ 'ਚ ਰੈਗੂਲੇਟਰੀ ਅਥਾਰਟੀ ਸਾਰਾ ਕੁਝ ਉਸ ਦਾ ਲੈ ਰਿਹਾ? ਕਾਰਨ ਇਹ ਹੈਗਾ ਕਿਉਂਕਿ ਅਸੀਂ ਸੂਬੇ, ਖਾਸ ਕਰ ਪੰਜਾਬ, ਅਸੀਂ 10 ਤੋਂ 12,000 ਕਰੋੜ ਰੁਪਏ ਦੀ ਸਬਸਿਡੀ ਦਿੰਦੇ ਗਰੀਬਾਂ ਨੂੰ। ਅਸੀਂ 6,000 ਕਰੋੜ ਰੁਪਏ ਦਾ ਤਕਰੀਬਨ ਸਬਸਿਡੀ ਦਿੰਦੇ ਆਪਣੇ ਟਿਊਬਵੈੱਲਾਂ ਦੀ ਕਿਸਾਨਾਂ ਨੂੰ। ਇਹ ਕੁੱਲ ਜਿਹੜੀ ਇੰਨੀ ਵੱਡੀ ਸਬਸਿਡੀ ਆ ਉਹਨਾਂ ਦੇ ਜਿਹੜੇ ਦਰਦ ਕਰ ਰਹੀ ਹੈ ਕਿ ਇਹ ਜਿਹੜੀਆਂ ਇੰਟਰਨੈਸ਼ਨਲ ਫੰਡਿੰਗ ਏਜੰਸੀਜ਼ ਆ, WTO, ਵਰਲਡ ਬੈਂਕ, IMF, ਇਹ ਸਾਰੀਆਂ ਕਹਿੰਦੇ ਕਿ ਤੁਸੀਂ ਆਪਣੇ ਕਿਸਾਨਾਂ ਨੂੰ, ਆਪਣੇ ਲੋਕਾਂ ਨੂੰ, ਆਪਣੇ ਵਰਕਰਾਂ ਨੂੰ ਸਬਸਿਡਾਈਜ਼ ਕਿਉਂ ਕਰ ਰਹੇ ਆ? ਅਸੀਂ ਜਿਹੜੇ ਬਾਕੀ ਦੇਸ਼ ਪੈਦਾ ਕਰ ਰਹੇ ਆ ਉਹਨਾਂ ਦੀ ਕਣਕ ਜਾਂ ਹੋਰ ਮਾਰਕੀਟ ਦੇ ਵਿੱਚ ਐਡਾ ਵਿਕ ਨਹੀਂ ਸਕੂਗਾ ਜੇ ਤੁਸੀਂ ਆਪਣੀ ਚੀਜ਼ਾਂ ਨੂੰ ਸਸਤੀਆਂ ਰੱਖੋਗੇ, ਤੇ ਅਸੀਂ ਮੁਕਾਬਲੇ 'ਚ ਇੱਥੇ ਉਤਰ ਨਹੀਂ ਸਕਦੇ। ਫਿਰ ਉਹਨਾਂ ਨੇ ਕੀ ਕੀਤਾ? ਇੱਧਰੋਂ ਸਾਡੀਆਂ ਬਿਜਲੀ ਦੀਆਂ ਸਬਸਿਡੀਆਂ ਬੰਦ ਕਰਨਗੇ। ਕਹਿੰਦੇ ਜੀ ਦੇਖੋ ਜੀ ਮੀਟਰ ਤੇ ਲੱਗਣਗੇ, ਬਿਜਲੀ ਤੇ ਮਿਲੂ ਮੀਟਰ ਤੇ, ਪਰ ਅਸੀਂ ਤੁਹਾਡੇ ਕਨੈਕਸ਼ਨ 'ਚ ਸਿੱਧੇ ਪੈਸੇ ਪਾ ਦਾਂਗੇ। ਦੱਸ ਤੁਹਾਡੇ ਇਹ ਕਿਹੜਾ ਕੰਮ ਆ? ਜਦੋਂ ਆਲਰੇਡੀ ਕਿਸੇ ਨੂੰ ਮਿਲ ਰਿਹਾ ਆ, ਕੋਈ ਸਬਸਿਡੀ ਮਿਲ ਰਹੀ ਹੈ, ਉੱਥੇ ਤੁਸੀਂ ਪਹਿਲਾਂ ਬਿੱਲ ਲਾਓਗੇ, ਫਿਰ ਤੁਸੀਂ ਉਹਨਾਂ ਨੂੰ ਕੋਈ ਸਬਸਿਡਾਈਜ਼ ਕਰੋਗੇ। ਇਹਦਾ ਮਤਲਬ ਬੇਈਮਾਨੀ ਆ ਗਈ ਹੈ। ਦੂਜੇ ਪਾਸੇ ਇਹੀ ਸਬਸਿਡੀ ਕੌਮੀਤਾ ਆਪਾਂ MSP ਕਰਕੇ ਦੇ ਰਹੇ ਆ, ਉਹ ਵੀ ਬੰਦ ਕੀਤੀ ਜਾ ਰਹੀ ਆ। ਆਰਡੀਨੈਂਸ ਹੋਰ ਕੀ ਹੈ? ਔਰ ਉੱਥੇ ਜਿਹੜੀ ਮਾਰਕੀਟਿੰਗ ਆ ਉਹ ਪ੍ਰਾਈਵੇਟ ਹੱਥਾਂ 'ਚ ਦਿੱਤੀ ਜਾ ਰਹੀ ਆ। ਔਰ ਇੱਥੋਂ ਤੱਕ ਕਿ ਜਿਹੜੇ ਪ੍ਰਾਈਵੇਟ ਵੱਡੇ ਘਰਾਣੇ ਹੋਣਗੇ ਉਹਨਾਂ ਨੂੰ ਇਹ ਵੀ ਇਜਾਜ਼ਤ ਦੇ ਦਿੱਤੀ ਹੈ, ਜਿਹੜਾ ਫੂਡ ਸਿਕਿਉਰਿਟੀ ਬਿੱਲ 1955 ਨੂੰ ਅਮੈਂਡ ਕਰਕੇ, ਕਿ ਤੁਸੀਂ ਜਿੰਨੀ ਜ਼ਖੀਰੇਬਾਜ਼ੀ ਹੋਲਡਿੰਗ ਕਰਨੀ ਆ ਕਰ ਲਓ, ਤੁਹਾਨੂੰ ਕੋਈ ਨਹੀਂ ਪੁੱਛੂਗਾ। ਇਹਦਾ ਮਤਲਬ ਇਹ ਨਿਕਲੂਗਾ ਕਿ ਸਸਤੇ ਭਾਅ ਚੀਜ਼ਾਂ ਖਰੀਦੀਆਂ ਜਾਣਗੀਆਂ। ਆਲੂ ਜਦੋਂ ਕਿਸਾਨ ਪੈਦਾ ਕਰਨਗੇ, ਫੁੱਲ ਪੈਦਾ ਕਰਨਗੇ, ਸਬਜ਼ੀਆਂ ਪੈਦਾ ਕਰਨਗੇ, ਉਹ ਹੋਊਗੇ ਰੋਲਣ ਦੇ ਭਾਅ। ਜਦੋਂ ਕੰਜ਼ਿਊਮਰ ਨੇ ਖਰੀਦਣਾ ਹੈ ਉਹ ਹੋਣਗੇ ਉਹਦੇ ਨਾਲੋਂ 20 ਗੁਣਾ 25 ਗੁਣਾ ਜ਼ਿਆਦਾ ਕੀਮਤ, ਕਿਉਂਕਿ ਜ਼ਖੀਰੇਬਾਜ਼ੀ ਹੋ ਚੁੱਕੀ ਹੋਊਗੀ। ਕੋਈ ਇਹਦੇ ਤੇ ਰੋਕਿਆ ਨਹੀਂ ਜਾਊਗਾ, ਕੋਈ ਰੁਕਾਵਟ ਨਹੀਂ, ਕਿਉਂਕਿ ਕਾਨੂੰਨਨ ਕਰਤਾ ਤੁਸੀਂ ਕਿ ਇਹੋ ਜਿਹੀ ਹੇਰਾਫੇਰੀ ਕਰੋ। ਇਸ ਕਰਕੇ ਮਾਰਕੀਟ ਉਦੋਂ ਇਨਸਾਫ ਕਰਦੀ ਹੈ ਕੌਮੀਤਾ ਜਦੋਂ ਬਰਾਬਰਤਾ ਹੋਵੇ। ਤੁਸੀਂ ਜਦੋਂ ਓਪਨ ਕਿਸੇ ਨਾਲ ਖੇਲ ਖੇਲਣੀ ਆ, ਟੀਮਾਂ ਨੇ 2 ਲੜਾਈ ਲੜਨੀ ਆ, ਉਹ ਮਾਰਕੀਟ ਵਾਂਗੂ ਸਮਝ ਲਓ ਨਾ, ਟੀਮਾਂ ਸਮਝ ਲਓ, ਉਹ ਤਾਂ ਹੀ ਮੁਕਾਬਲੇ ਤੇ ਜੇ ਤਕਰੀਬਨ ਬਰਾਬਰ ਦੀਆਂ 19-21 ਦਾ ਫਰਕ। ਜੇ ਇੱਕ ਪਾਸੇ 2 ਏਕੜ ਵਾਲਾ, ਇੱਕ ਪਾਸੇ 1000 ਕਰੋੜ ਵਾਲਾ, ਕਿੱਥੇ ਮੁਕਾਬਲਾ ਹੋਊਗਾ? ਲੁੱਟ ਕੇ ਲੈ ਜਾਣਗੇ ਜ਼ਮੀਨਾਂ, ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਇਸੇ ਕਰਕੇ ਅਸੈਂਬਲੀ ਸੈਸ਼ਨ ਸੱਦਣ ਦਾ ਜਿਹੜੀ ਪ੍ਰਪੋਜ਼ਲ ਆਈ ਹੈ, ਇਹ ਚੰਗੀ ਗੱਲ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ
ਪੂਰੀ ਰਾਜਨੀਤੀ ਕੀਤੀ। ਪਹਿਲਾਂ ਤੁਹਾਨੂੰ ਯਾਦ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਡਰਾਮਾ ਕੀਤਾ ਸੁਨੀਲ ਜਾਖੜ ਨੇ ਕਿ ਅਸੀਂ ਇਹਦੀ ਵਿਰੋਧਤਾ ਕਰਾਂਗੇ ਜਿਹੜੇ ਆਰਡੀਨੈਂਸ ਆਏ ਆ ਰਾਜਨੀਤਿਕ ਲੈਵਲ ਤੇ। ਉੱਥੇ ਅੰਮ੍ਰਿਤਸਰ 'ਚ ਵੀ ਇੱਕ ਰੈਲੀ ਕਰਤੀ, ਫਿਰ ਕਹਿੰਦੇ ਜੀ ਅਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਇਹਦੀ ਵਿਰੋਧਤਾ ਕਰਾਂਗੇ, ਰਾਜਨੀਤੀ ਕੀਤੀ। ਫਿਰ ਦੂਜਾ ਸਟੈਪ ਫਿਰ ਕੀ ਲਿਆ, ਫਿਰ ਜੀ ਸਰਵ ਪਾਰਟੀ ਮੀਟਿੰਗ ਕਰਕੇ ਰਹਿ ਜਾਓ। ਉਹਦੇ ਤੇ ਫਿਰ 3 ਦਿਨ ਬਾਦਲ ਨੇ ਐ ਕਹਿਤਾ, ਸੁਖਬੀਰ ਨੇ ਝੂਠ, ਫਿਰ ਕਿਸਾਨਾਂ ਦੇ ਨਾਲ ਫਿਰ ਉਹਨਾਂ ਨੂੰ ਲੱਗਾ ਇਹ ਇਸ਼ੂ ਬੜਾ ਤਕੜਾ ਮਿਲਿਆ ਹੋਇਆ। ਫਿਰ ਹੁਣ ਕਹਿਤਾ ਜੀ ਅਸੈਂਬਲੀ ਦੇ, ਹੁਣ ਅਸੈਂਬਲੀ ਦੇ ਵਿੱਚ ਲਾਈਵ ਕਰਕੇ ਅਕਾਲੀ ਦਲ ਨੂੰ ਰਗੜੇ ਲੱਗਣਗੇ। ਇਸ ਕਰਕੇ ਜਿਹਨੂੰ ਕਹਿੰਦੇ ਆ ਨਾ ਕੰਡਿਆਂ ਦੇ ਘਸੀਟਣ ਵਾਲੀ ਗੱਲ ਕਾਂਗਰਸ ਦੇ ਹੱਥ ਕੇ ਲੱਗ ਗਈ। ਪਹਿਲਾਂ ਬਰਗਾੜੀ ਲੱਗਿਆ ਸੀ, ਹੁਣ ਆਰਡੀਨੈਂਸ, ਬਿਜਲੀ ਦਾ, ਹੋਰ ਸਾਰਾ ਕੁੱਲ ਮਿਲਾ ਕੇ ਮੁੱਦੇ ਇਹੋ ਜਿਹੇ ਹੋ ਗਏ ਆ ਜਿਹਦੇ ਵਿੱਚ ਬੀਜੇਪੀ ਐਨਡੀਏ ਨੂੰ ਘਸੀਟਣ ਲਈ ਜਾਂ ਉਸ ਦੇ ਵਿਰੁੱਧ ਪ੍ਰਚਾਰ ਕਰਨ ਲਈ ਬਹੁਤ ਵੱਡਾ ਮਸਾਲਾ ਜਿਹੜਾ ਕਾਂਗਰਸ ਕੋਲ, ਪੰਜਾਬ ਦੀ ਕਾਂਗਰਸ ਕੋਲ ਜਾਂ ਹੋਰ ਸੂਬਿਆਂ ਦੀਆਂ ਪਾਰਟੀਆਂ ਕੋਲ ਆ ਗਿਆ ਆ, ਉਹ ਇਹਨਾਂ ਦੀ ਖਿਚਾਈ ਕਰਨਗੇ। ਅੱਜ ਬਿਜਲੀ ਮੰਤਰੀ ਜਿਹੜਾ ਚੀਫ ਮਿਨਿਸਟਰਾਂ ਨਾਲ ਗੱਲ ਕਰ ਰਹੇ ਆ, ਪਰ 8 ਚੀਫ ਮਿਨਿਸਟਰਾਂ ਨੇ ਆਲਰੇਡੀ ਇਸ ਗੱਲ ਦੀ ਵਿਰੋਧਤਾ ਕਰਤੀ ਆ। ਕੇਰਲਾ ਤੋਂ ਲੈ ਕੇ ਵਿੱਚ ਤੇਲੰਗਾਨਾ, ਤਾਮਿਲਨਾਡੂ, ਛੱਤੀਸਗੜ੍ਹ, ਹੋਰ ਕਈਆਂ ਚੀਫ ਮਿਨਿਸਟਰਾਂ ਨੇ ਕਰ ਦਿੱਤਾ। ਉਹਦੇ 'ਚ ਪੰਜਾਬ ਦਾ ਚੀਫ ਮਿਨਿਸਟਰ ਆ, ਕਿਉਂਕਿ ਥੋੜ੍ਹੀ ਜਿਹੀ ਨਰਮ ਕਾਰਨਰ ਦਿੱਲੀ ਵੱਲ ਰੱਖਦੇ ਆ, ਜਿਹਦੇ ਸਿਰ ਤੇ ਪਏ ਤੇ ਜ਼ਰੂਰ ਦਿੱਲੀ ਦੇ ਵਿਰੁੱਧ ਬੋਲਦੇ ਆ, ਰਾਜਨੀਤਿਕ ਲੈਵਲ ਤੇ ਜ਼ਰੂਰ ਬੋਲਦੇ ਆ, ਪਰ ਜਿੱਥੇ ਪੰਜਾਬ ਦੇ ਹੱਕ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਬਿਲਕੁਲ ਤਕੜੇ ਤੌਰ ਤੇ ਬੋਲਣਾ ਹੁੰਦਾ, ਉੱਥੇ ਕਈ ਵਾਰੀ ਪੈਰ ਖਿਸਕਾਉਂਦੇ ਆ। ਇੱਥੇ ਵੀ ਚਿੱਠੀ ਸਭ ਤੋਂ ਪਹਿਲਾਂ ਪੰਜਾਬ 'ਚੋਂ ਜਾਣੀ ਚਾਹੀਦੀ ਸੀ, ਅਜੇ ਤੱਕ ਮੇਰਾ ਖਿਆਲ ਚਿੱਠੀ ਗਈ ਨਹੀਂ ਹੈਗੀ। ਪਰ ਇਹ ਸਾਰੇ ਮਾਮਲੇ ਅਸੈਂਬਲੀ 'ਚ ਡਿਸਕਸ ਹੋ ਕੇ ਲੋਕਾਂ ਦੇ ਹੱਕ 'ਚ ਰਿਜ਼ੋਲਵ ਦਿੱਲੀ ਤੋਂ ਜਾਣਾ ਚਾਹੀਦਾ। ਪਰ ਜੇ ਹੁਣ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਤੇ ਹਰਸਿਮਰਤ ਕੌਰ ਬਾਦਲ ਦਾ ਇੱਕ ਵਾਰ ਫਿਰ ਬਿਆਨ ਆਇਆ ਹੈ ਕਿ ਇਸ ਜਿਹੜਾ ਕਿਸਾਨ ਆਰਡੀਨੈਂਸ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ। ਇੱਕ ਵਾਰ ਫਿਰ ਉਹਨਾਂ ਨੇ ਜਿਹੜਾ ਆਪਣਾ ਸਟੈਂਡ ਕਲੀਅਰ ਕੀਤਾ। ਕਾਹਦਾ ਸਟੈਂਡ ਹੈ? ਜਦੋਂ ਮੱਤ ਮਾਰੀ ਜਾਏ ਨਾ, ਉਦੋਂ ਫਿਰ ਤੁਸੀਂ ਨਿਕਲ ਨਹੀਂ ਸਕਦੇ। ਜਦੋਂ ਤੁਸੀਂ ਰਾਹ ਹੀ ਪੁੱਠੇ ਚੱਲ ਪਏ ਆ, ਜਦੋਂ ਪੁੱਠੇ ਰਾਹ ਚੱਲ ਪਏ ਆ, ਤੇ ਜਿੰਨਾ ਹੀ ਤੁਸੀਂ ਜ਼ਿਆਦਾ ਚੱਲੀ ਜਾਓਗੇ, ਜਿੰਨੇ ਜ਼ਿਆਦਾ ਬਿਆਨ ਦੇਈ ਜਾਓਗੇ, ਉਹਨਾਂ ਤੁਸੀਂ ਹੋਰ ਗਰਕਦੇ ਜਾਓਗੇ। ਜਦੋਂ ਪੁੱਠੇ ਪਾਸੇ ਨੂੰ ਚੱਲੋ ਤੇ ਫਿਰ ਚੁੱਪ ਕਰਕੇ ਸੌਂ ਜਾਓ, ਕਿਉਂਕਿ ਤਾਂ ਘੱਟੋ ਘੱਟ ਤੁਸੀਂ ਨੁਕਸਾਨ ਤੇ ਨਹੀਂ ਕਰਾਓਗੇ। ਲੋਕਾਂ ਨੂੰ ਕੀ ਪਤਾ ਲੱਗੂ, ਢੱਕੀ ਰਿੱਝੇ ਕੋਈ ਨਾ ਬੁੱਝੇ ਵੀ ਇਹ ਹੱਕ 'ਚ ਆ ਕੇ ਵਿਰੋਧ ਹੈ। ਤੁਸੀਂ ਉਲਟੇ ਪਾਸੇ ਲਗਾਤਾਰ ਬਿਆਨ ਦਓਗੇ। 11 ਕਿਸਾਨ ਯੂਨੀਅਨਾਂ ਨੇ ਕੱਲ੍ਹ ਉਹਨੇ ਕਹਿ ਦਿੱਤਾ ਆ, ਸਾਰੀ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਮਿਨਿਸਟਰੀ ਦੇ ਵਿੱਚ ਬੰਦੇ ਬੈਠੇ ਸੀ, ਤ੍ਰਿਪਤ ਰਜਿੰਦਰ ਬਾਜਵਾ, ਰੰਧਾਵਾ, ਹੋਰ ਸਾਰੇ ਚੀਫ ਮਿਨਿਸਟਰ ਨੇ, ਸਾਰਿਆਂ ਉਹਨੇ ਤੇ ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵੀ ਖੜੀਆਂ ਕਰ ਲਈਆਂ ਆਪਣੇ ਨਾਲ ਕੈਪਟਨ ਅਮਰਿੰਦਰ ਨੇ ਇਸ ਮਾਮਲੇ ਦੇ ਉੱਤੇ। ਇਹਦਾ ਮਤਲਬ ਇਹ ਹੈ ਕਿ ਇਹ ਛੁਣਛਣਾ ਵਜਾਈ ਜਾਂਦੀ ਹੈ ਕਿ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਦੇਖੋ, ਦਿੱਲੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ, ਖਾਸ ਕਰ ਅਕਾਲੀ ਦਲ ਵਰਗੀ ਰੀਜਨਲ ਪਾਰਟੀ, ਦਿੱਲੀ ਦੇ ਢੰਡੋਰਚੀ ਬਣ ਕੇ ਇੱਥੇ ਰਾਜਨੀਤਿਕ ਜ਼ਮੀਨ ਹਾਸਲ ਕਰ ਲੈਣਗੇ, ਭੁੱਲ ਜਾਣੇ, ਬਿਲਕੁਲ ਸੁਸਾਈਡਲ ਇਹ ਰਾਜਨੀਤਿਕ ਆਤਮ ਹੱਤਿਆ ਵੱਲ ਵੱਧ ਰਿਹਾ ਔਰ ਪੂਰੀ ਮਿਹਨਤ ਕਰ ਰਿਹਾ ਕਿ ਅਸੀਂ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਕਿਵੇਂ ਖਤਮ ਕਰੀਏ। ਮੈਨੂੰ ਅਫਸੋਸ ਨਾ ਕਹਿਣਾ ਪੈਂਦਾ, ਮੈਂ ਕੋਈ ਖੁਸ਼ੀ 'ਚ ਨਹੀਂ ਕਹਿ ਰਿਹਾ। ਸਾਡੀ ਇੱਕ ਸਰਮੌੜ ਰੀਜਨਲ ਪਾਰਟੀ ਸੀ, ਸਾਡੀ ਇਹ ਪੰਜਾਬ ਦੀ ਵਾਇਸ ਸੀਗੀ। ਇਹ ਪੁੱਠੇ ਪਾਸੇ ਨੂੰ ਚੱਲ ਪਏ ਆ, ਜਿੰਨਾ ਮੈਨੂੰ ਨਹੀਂ ਲੱਗਦਾ ਕਿ ਕਦੋਂ ਇਹ ਦੁਬਾਰਾ ਆਪਣੇ ਰਾਹ ਤੇ ਸਹੀ ਰਾਹ ਤੇ ਆਉਣਗੇ। ਮੈਨੂੰ ਸਮਝ ਨਹੀਂ। ਪ੍ਰੋਫੈਸਰ ਮਨਜੀਤ ਤੁਸੀਂ ਕਿਹਾ ਤੇ ਹੋਰ ਕਈ ਮੁੱਦੇ ਹੈਗੇ ਆ ਜਿਹਨਾਂ ਤੇ ਅਸੀਂ ਗੱਲਬਾਤ ਕਰਨੀ ਹੈ, ਪਰ ਇੱਥੇ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਤੇ ਪੰਜਾਬ ਦੇ ਕੁਝ ਮੁੱਦਿਆਂ ਤੇ ਪੰਜਾਬ ਦੀ ਸਿਆਸਤ ਦੇ ਕੀ ਕੁਝ ਚੱਲ ਰਿਹਾ, ਉਹਨਾਂ ਨਾਲ ਗੱਲਬਾਤ ਜਿਹੜੀ ਹੈ ਇੱਕ ਵਾਰ ਫਿਰ ਤੋਂ ਜਾਰੀ ਰੱਖਦੇ ਹਾਂ। ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਭਖਾਉਣ ਦੇ ਮਸਲੇ 'ਚ ਅੱਜਕੱਲ੍ਹ ਕਾਫੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਨਾਮ ਹੈਗਾ। ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਤੇ ਕਾਫੀ ਸਿਆਸਤ ਹੁੰਦੀ ਆ। ਨਵਜੋਤ ਸਿੰਘ ਸਿੱਧੂ ਹੁਣ NRIs ਕਾਂਗਰਸ ਦੇ ਨਾਲ ਜਿਹੜੇ NRI ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ, ਸੋ ਉਹਨਾਂ ਉਸਦੇ ਕੀ ਮਾਇਨੇ ਜਿਹੜੇ ਆ ਉਹ ਨਿਕਲ ਕੇ ਆਉਂਦੇ ਨੇ? ਦੇਖੋ ਕੌਮਿਤਾ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਗੱਲ ਦਾ ਖੁਦ ਵੀ ਅਹਿਸਾਸ ਆ, ਕਾਂਗਰਸ ਦੀ ਦਿੱਲੀ ਵਾਲੀ ਲੀਡਰਸ਼ਿਪ ਤੇ ਸਟੇਟ ਵਾਲੀ ਲੀਡਰਸ਼ਿਪ ਨੂੰ ਵੀ ਅਹਿਸਾਸ ਆ ਕਿ ਉਹ ਇੱਕ ਲੋਕਾਂ ਦਾ ਹਰਮਨ ਪਿਆਰਾ ਲੀਡਰ ਹੈਗਾ। ਜੇ ਰਾਜਨੀਤਿਕ ਲੀਡਰ ਨਾਮ ਹੀ ਸਮਝੋ ਤੇ ਲੋਕਾਂ ਦਾ ਇੱਕ ਸਟਾਰ ਹੈਗਾ। ਪਬਲਿਕ ਉਹਨੂੰ ਪਸੰਦ ਕਰਦੀ ਆ। ਪਸੰਦ ਇਸ ਕਰਕੇ ਕਰਦੀ ਦੋ ਕਾਰਨਾਂ ਕਰਕੇ, ਇੱਕ ਤੇ ਧੜੱਲੇ ਨਾਲ ਬੋਲਦਾ, ਇਹ ਸਾਡੇ ਪੰਜਾਬੀਆਂ ਦਾ ਬੇਬਾਕ ਤੇ ਦਬੰਗੀ ਨਾਲ ਬੋਲਦਾ, ਪੰਜਾਬੀਆਂ ਨੂੰ ਇਹ ਠਾਹ ਸੋਟਾ ਜਿਹੜਾ ਬੜਾ ਪਸੰਦ ਆ, ਹੈ ਨਾ। ਦੂਸਰਾ ਇਹ ਹੈ ਕਿ ਉਹਦੇ ਤੇ ਕੋਈ ਇਹੋ ਜਿਹਾ ਘਟੀਆਪਣ ਦਾ ਕਿ ਉਹ ਖਾ ਗਿਆ, ਉੱਥੋਂ ਲੁੱਟ ਲਿਆ, ਇੱਥੋਂ ਕਿਤੇ ਉਹ ਆਪਣੇ ਨਿੱਜੀ ਬਿਲਕੁਲ ਇਸ ਕਰਕੇ, ਇਹ ਦੋ ਕਾਰਨਾਂ ਕਰਕੇ ਉਹ ਕਾਫੀ ਪਾਪੂਲਰ ਹੈ, ਕਿਉਂਕਿ ਇਹ ਦੋਵੇਂ ਗੱਲਾਂ ਤੋਂ ਬਹੁਤ ਲੋਕ ਸਤਾਏ ਹੋਏ ਆ।
ਤੇ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਦਬੰਗ ਲੀਡਰ ਇਹੋ ਜਿਹਾ ਮਿਲੇ ਜਿਹੜਾ ਸਾਨੂੰ ਖਾਵੇ ਨਾ, ਲੇਕਿਨ ਸਾਡੇ ਹੱਕ ਦੀ ਗੱਲ ਕਰ ਸਾਡੇ ਲਈ ਕੁਝ ਕਰ ਸਕੇ ਰਾਜਨੀਤੀ ਚ ਆ ਕੇ। ਇਹ ਤੇ ਉਹਦੀ ਪਪੂਲੈਰਿਟੀ ਦਾ ਕਾਰਨ। ਹੁਣ ਰਹੀ ਜਿਹੜੀ ਬਾਕੀ ਸਾਰੀ ਗੱਲ ਆ ਵੀ ਉਹ ਕਰੂ ਕੀ, ਹੁਣ ਮੈਨੂੰ ਨਹੀਂ ਸਮਝ ਆਉਂਦੀ ਉਹਨੇ ਕਿਆ ਨੀਤੀ ਨੀਅਤ ਇਹ ਕਿਸ ਕਿਸਮ ਦਾ ਮਤਲਬ ਇਹੋ ਜਿਹੀਆਂ ਗੱਲਾਂ ਉਸ ਸਾਰੇ ਵਿੱਚ ਕੀਤੀਆਂ। ਨੀਤੀ ਦਾ ਤਾਂ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ, ਜਿਹੜੀ ਨੀਤੀ ਠੀਕ ਹੋਵੇ, ਨੀਅਤ ਠੀਕ ਹੋਵੇ। ਇਸ ਕਿਸਮ ਦੀਆਂ ਉਹਨਾਂ ਨੇ 3 ਨੰਨਿਆਂ ਦੀ ਗੱਲ ਕੀਤੀ, ਇੱਕ ਮੈਨੂੰ ਨੰਨਾ ਉਹਨਾਂ ਦਾ ਭੁੱਲ ਰਿਹਾ ਹੈ। ਤੇ ਜੇ ਨੀਤੀ ਦੀ ਗੱਲ ਆ ਤੇ ਕਾਂਗਰਸ ਦੀ ਕੀ ਨੀਤੀ ਹੈ, ਮੈਨੂੰ ਅੱਜ ਤੱਕ ਦੇਸ਼ ਦੇ ਆਜ਼ਾਦ ਤੋਂ ਬਾਅਦ ਆਪਾਂ ਜਾਣਦੇ ਹੀ ਹਾਂ। ਬੀਜੇਪੀ ਦੀ ਕੀ ਨੀਤੀ ਸੀਗੀ? ਤੀਸਰੀ ਉਹ ਨਿਆਂ ਕਹਿੰਦੇ ਆ, ਨੀਤੀ ਨਿਆਂ ਤੇ ਨੀਅਤ। ਨਿਆਂ ਤੇ ਬਿਲਕੁਲ ਮਿਲਣਾ ਹੀ ਚਾਹੀਦਾ, ਪਰ ਕੀ ਇਹਨਾਂ ਦੋਹਾਂ ਹੀ ਕਿਸਮ ਦੇ ਰਾਜਾਂ ਦੇ ਵਿੱਚ ਕਿੰਨਾ ਕੁ ਲੋਕਾਂ ਨੂੰ ਨਿਆਂ ਮਿਲਿਆ? ਤੁਸੀਂ ਉਹਨਾਂ ਪਾਰਟੀਆਂ 'ਚ ਰਹੇ ਆ ਜਿਹੜੀਆਂ ਪਾਰਟੀਆਂ ਆਲਰੇਡੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ, ਹੁਣ ਵੀ ਤੁਸੀਂ ਉਸੇ ਪਲੇਟਫਾਰਮ ਤੇ ਬੈਠੇ ਆ। ਤੇ ਨੀਤੀ ਦਾ ਤੇ ਮਤਲਬ ਹੁੰਦਾ ਉਹਨਾਂ ਦੀ ਪਾਲਿਸੀ, ਕਿ ਜਿਹੜਾ ਲਿਬਰਲਾਈਜੇਸ਼ਨ ਦਾ ਜਾਂ ਸੈਂਟਰਲਾਈਜੇਸ਼ਨ ਦਾ ਜਿਹਨੂੰ ਕਹਿ ਲਈਏ, ਕੇਂਦਰੀਕਰਨ ਸਾਰੀ ਸੱਤਾ ਦਾ, ਸੰਘੀ ਢਾਂਚੇ ਦਾ, ਸੰਘ ਨੂੰ ਘੁੱਟ ਦੇਣ ਦਾ, ਇੱਕ ਕਾਂਗਰਸ ਨੇ ਨਹੀਂ ਸ਼ੁਰੂ ਕੀਤਾ। ਬੀਜੇਪੀ ਦੀ ਉਹਨੇ ਉਹਦੀ ਸਪੀਡ ਵਧਾਤੀ ਔਰ ਉਹ ਖੁੱਲੇ ਕਰ ਰਹੀ ਆ। ਕਾਂਗਰਸ ਜਿਹੜਾ ਛਿਪ ਕੇ ਤੇ ਹੌਲੀ ਹੌਲੀ ਕਰਦੀ ਸੀਗੀ। ਤੁਸੀਂ ਉਹਨਾਂ ਪਾਰਟੀਆਂ 'ਚ ਬਹਿ ਕੇ ਨੀਤੀ ਨੀਅਤ ਤੇ ਨਿਆਂ ਦੀਆਂ ਗੱਲਾਂ ਕਰੋਗੇ। ਪਹਿਲਾਂ ਤੇ ਇਹ ਫੈਸਲਾ ਕਰਨ ਸਿੱਧੂ ਸਾਹਿਬ ਮੇਰੇ ਵੀਰ ਕਿ ਉਹਨਾਂ ਨੇ ਜੋ ਲੋਕੀ ਉਹਨਾਂ ਤੋਂ ਉਮੀਦ ਕਰਦੇ ਆ ਇਸ ਪਾਰਟੀ ਸਟਰਕਚਰ ਦੇ ਵਿੱਚ ਰਹਿੰਦਿਆਂ ਹੋਇਆਂ, ਕੀ ਉਹ ਗੱਲਾਂ ਉੱਥੇ ਸਿਰੇ ਲੱਗ ਸਕਣਗੇ, ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰ ਸਕਣਗੇ? ਅਲਟਰਨੇਟਿਵਲੀ ਵਿਕਲਪ ਦੇ ਤੌਰ ਤੇ ਸੋਚ ਲਓ ਕਿ ਅਸੀਂ ਇਹ ਵੀ ਕਹਿ ਸਕਦੇ ਕਿ ਇਨਡਾਇਰੈਕਟਲੀ ਆਪਣੀ ਸਰਕਾਰ ਤੇ ਵੀ ਸਵਾਲ ਕਿਤੇ ਨਾ ਕਿਤੇ ਚੱਕਣ ਦਾ ਇਹ ਹੈਗਾ। ਬਿਲਕੁਲ ਕੀਤਾ ਉਹਨਾਂ ਤੇ ਕਿਹਾ। ਉਹਨਾਂ ਨੇ ਜਦੋਂ ਇਹ ਉੱਥੇ ਵਾਰਤਾਲਾਪ ਕੀਤੀ ਹੈ, ਕਮਿਤਾ ਤੁਸੀਂ ਵੀ ਸੁਣੀ, ਮੈਂ ਵੀ ਸੁਣੀ ਹੈ, ਕਿ 25 ਸਾਲਾਂ ਦੇ ਅੰਦਰ ਪੰਜਾਬੀਆਂ ਦੇ ਨਾਲ ਆ ਲੁੱਟ ਹੋਈ ਆ ਧੱਕਾ ਹੋਇਆ, ਇਸ ਤਰੀਕੇ ਨਾਲ ਗੱਡੀ ਸਾਰੀ ਡੀਰੇਲ ਹੋਈ ਆ। 25 ਸਾਲਾਂ ਦਾ ਵਾਸਤਾ ਪਾਇਆ। ਉਹ ਤੇ ਬਿਲਕੁਲ ਸਾਫ਼ ਆ ਕਿ ਉਹਨਾਂ ਨੇ ਅਕਾਲੀ ਬੀਜੇਪੀ ਦੇ ਕੰਬਾਈਨ ਤੇ ਵੀ ਅਟੈਕ ਕੀਤਾ ਤੇ ਕਾਂਗਰਸ ਤੇ ਵੀ ਕੀਤਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਉਹ ਤੀਜੇ ਫਰੰਟ ਵੱਲ ਜਾਣਾ ਚਾਹੁੰਦੇ ਆ? ਫਰੰਟ ਉਹਨਾਂ ਨੇ ਪਿਛਲੀ ਵਾਰੀ ਆਪਾਂ ਦੇਖ ਹੀ ਲਿਆ ਕੀ ਹਾਲਤ ਹੋਈ ਸੀ, ਜਿਹੜਾ ਪਾਰਲੀਮੈਂਟ ਵਾਲੇ ਵੀ ਦੇਖਿਆ, ਉਦੋਂ ਪਹਿਲਾਂ ਵੀ ਦੇਖ ਲਿਆ, ਨਹੀਂ ਚੱਲਦਾ। ਕਿਉਂਕਿ ਫਰੰਟ ਦੇ ਵਿੱਚ ਉਹੋ ਹੀ ਕਿਸੇ ਪਿੱਟੇ ਕੱਢੇ ਕਢਾਏ ਵੱਡੇ ਟੁੱਕੇ ਲੋਕ ਆ ਜਿਨ੍ਹਾਂ ਤੋਂ ਲੋਕ ਸਤਾਏ ਹੋਏ ਆ, ਜਿਨ੍ਹਾਂ ਤੋਂ ਨੇ ਅਲੱਗ ਹਟਣਾ ਚਾਹੁੰਦੇ। ਮੈਂ ਤਾਂ ਡਿਟੇਲ 'ਚ ਲੈ ਰਿਹਾ ਕਿ ਇਸ ਗੱਲ ਦਾ ਐਨਾਲਿਸਿਸ ਕਰਨਾ ਜ਼ਰੂਰੀ ਹੈ। ਕੱਲਾ ਜਿਹੜੀ ਫੀਲ ਗੁੱਡ ਫੈਕਟਰ ਕਿ ਚੰਗਾ ਲੱਗਦਾ ਸਿੱਧੂ ਨੂੰ ਸੁਣ ਕੇ ਤਾੜੀ ਤੂੜੀ ਮਾਰ ਕੇ ਉਹ ਆਪਣਾ ਗੱਲ ਖਤਮ ਨਹੀਂ, ਐਨਾਲਿਟੀਕਲ ਮਾਈਂਡ ਹੋਣਾ ਚਾਹੀਦਾ। ਇੱਕੋ ਹੀ ਆਲਟਰਨੇਟਿਵ ਬਚਦਾ ਕਿ ਬੁੱਕ ਕੇ ਜਿਸ ਤਰ੍ਹਾਂ ਕੇਜਰੀਵਾਲ ਸਾਹਮਣੇ ਆਇਆ ਸੀਗਾ ਧੜੱਲੇ ਨਾਲ, ਉਸੇ ਹੀ ਦਬੰਗੀ ਦੇ ਨਾਲ, ਹਿੰਮਤ ਦੇ ਨਾਲ ਸਿੱਧੂ ਸਾਹਮਣੇ ਆਵੇ ਤੇ ਪੰਜਾਬ ਦੇ ਉਹ ਸਾਰੇ ਲੋਕਾਂ ਨੂੰ ਕੋਈ ਟੀਮ ਨਾਲ ਲੈ ਕੇ, ਉਹ 10 ਲੋਕਾਂ ਦੀ ਹੋਵੇ, 20 ਲੋਕਾਂ ਦੀ ਹੋਵੇ, 50 ਲੋਕਾਂ ਦੀ ਹੋਵੇ, ਟੀਮ ਤੇ ਕੰਮ ਕਰੇ, ਆਪ ਉਹਦਾ ਸੈਂਟਰਲ ਪਰਸਨ ਐਂਕਰ ਬਣੇ ਤੇ ਉਹਨਾਂ ਨੂੰ ਕਵੇ ਕਿ ਆਓ ਪੰਜਾਬ ਲਈ ਕੁਝ ਕਰੀਏ, ਜਿਹੜੇ ਕਿ ਅਣਲੱਗ ਹੋਣ, ਬੇਦਾਗ ਹੋਣ। ਇਹ ਕੰਮ ਕਰੇ, ਉਹਨੂੰ ਕਾਮਯਾਬੀ ਵੀ ਹੋਊਗੀ ਔਰ ਉਹਦੇ ਸੁਪਨੇ ਜਿਹੜੇ ਨਿਆਂ ਨੀਤੀ ਤੇ ਨੀਅਤ ਵਾਲੇ ਉਹ ਸਾਰੇ ਪੂਰੇ ਹੋਣਗੇ। ਪਰ ਜੇ ਤੁਸੀਂ ਚੜੇ ਹੋਏ ਕਿਸੇ ਗੱਡੀ ਹੋਰ ਤੇ ਆ ਔਰ ਉਹਦੇ ਤੋਂ ਉਮੀਦਾਂ ਕੁਝ ਹੋਰ ਕਰਦੇ ਆ, ਇਹ ਤੇ ਗੱਲ ਮੈਨੂੰ ਨਹੀਂ, ਫਿਰ ਤੇ ਐਉਂ ਲੱਗਦਾ ਕਿ ਉਹ ਵੀ ਦੂਜੇ ਪੋਲੀਟੀਸ਼ੀਅਨਾਂ ਵਾਂਗੂ ਕਿਤੇ ਇੱਕ ਨਵੇਂ ਤਰੀਕੇ ਦੇ ਸੇਲਜ਼ਮੈਨ ਤਾਂ ਨਹੀਂ ਹੈ ਕਿ ਇਹਨਾਂ ਦਾ ਹੋਕਾ ਥੋੜ੍ਹਾ ਜਿਹਾ ਹੋਰ ਕਿਸਮ ਦਾ ਆ ਔਰ ਦੂਜਿਆਂ ਦਾ ਹੋਕਾ ਹੋ ਰਿਹਾ, ਪਰ ਅਸਲੀ ਜਿਹੜੀ ਆਲਰੇਡੀ ਨੀਅਤ ਅੰਦਰੋਂ ਆ ਉਹ ਸੱਤਾ ਤੁਹਾਡੇ ਕਹਿਣ ਮੁਤਾਬਕ ਉਹਨਾਂ ਨੂੰ ਖੁੱਲ੍ਹ ਕੇ ਆਉਣਾ ਪਊਗਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਇਸ ਲਈ। ਬਿਲਕੁਲ। ਹੁਣ ਜੇ ਅਸੀਂ ਚੀਨ ਦੀ ਗੱਲ ਕਰ ਲਈਏ, ਕਿਉਂਕਿ ਉਹ ਵੀ ਭਖਦਾ ਹੋਇਆ ਮੁੱਦਾ ਹੈਗਾ ਆ। ਪਹਿਲਾਂ ਚੀਨ ਦੇ ਸਮਾਨ ਦਾ ਬਾਈਕਾਟ ਦੀ ਗੱਲ ਕੀਤੀ ਗਈ, ਫਿਰ ਚੀਨ ਦੇ ਜਿਹੜੇ ਐਪਸ ਹੈਗੇ ਆ ਉਹ ਵੀ ਜਿਹੜੇ ਆ ਬੈਨ ਕਰ ਦਿੱਤੀਆਂ ਗਈਆਂ, ਤੇ ਹੁਣ ਇਹ ਵੀ ਕਲੀਅਰ ਕਰ ਦਿੱਤਾ ਗਿਆ ਨਿਤਿਨ ਗਡਕਰੀ ਵੱਲੋਂ ਕਿ ਜਿਹੜੇ ਹਾਈਵੇਜ਼ ਦੇ ਪ੍ਰੋਜੈਕਟ ਨੇ ਉਹਦੇ ਵਿੱਚ ਚੀਨੀ ਕੰਪਨੀਆਂ ਦੀ ਕਿਸੇ ਤਰ੍ਹਾਂ ਦੀ ਜਿਹੜੀ ਆ ਮਨਜ਼ੂਰੀ ਨਹੀਂ ਦਿੱਤੀ ਜਾਊਗੀ ਕੰਮ ਦੇ ਲਈ। ਸੋ ਇਸ ਸਭ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜੋ ਸਰਕਾਰ ਕਰਨਾ ਚਾਹੁੰਦੀ ਆ ਔਰ ਉਹਦੇ ਮਨਸੂਬੇ ਜਿਹੜੇ ਕਿਤੇ ਨਾ ਕਿਤੇ ਪੂਰੇ ਹੁੰਦੇ ਨੇ ਚੀਨ ਦੇ ਨਾਲ? ਦੇਖੋ, ਸਾਡਾ ਜਿਹੜਾ ਨਾ ਚੀਨ ਪ੍ਰਤੀ ਨੀਜ਼ਰਕ ਰਿਐਕਸ਼ਨ ਆ। ਹੁਣ ਸਾਡੇ ਕੀ ਹੁੰਦਾ ਹੈ ਕਿ ਅਸੀਂ ਵੈਸੇ ਤੇ ਆਪਣੀ ਹੋਰ ਹੀ ਅਜੀਬ ਜੀ ਕਿਸਮ ਦੀ ਰਾਜਨੀਤੀ 'ਚ, ਧਾਰਮਿਕ ਫਿਰਕਾ ਪ੍ਰਸਤੀ ਦੀ ਰਾਜਨੀਤੀ, ਵੋਟਾਂ ਇਕੱਠੀਆਂ ਕਰਨ ਦੀ ਰਾਜਨੀਤੀ 'ਚ ਲੱਗੇ ਰਹਿੰਦੇ। ਨਾ ਅਸੀਂ ਆਪਣੇ ਦੇਸ਼ ਨੂੰ ਸਾਂਭਦੇ ਹਾਂ, ਨਾ ਲੋਕਾਂ ਨੂੰ ਸਾਂਭਦੇ ਹਾਂ, ਨਾ ਅਸੀਂ ਅਰਥ ਵਿਵਸਥਾ ਵੱਲ ਧਿਆਨ ਦਿੰਦੇ ਹਾਂ। ਇਹ ਸਾਡੀ ਆਦਤ ਬਣੀ ਰਹਿੰਦੀ ਹੈ। ਹੁਣ ਜਦੋਂ ਅਚਾਨਕ ਦੇਖੋ ਹੋਇਆ
ਤੇ ਮੀਟਿੰਗ ਕੀਤੀ ਆ ਹੁਣ ਵੀ ਆਪਾਂ ਹਥਿਆਰ ਖਰੀਦ ਲਈਏ, ਬਿਗ 29 ਖਰੀਦ ਲਈਏ, ਰੂਸ ਤੋਂ ਖਰੀਦ ਲਈਏ। ਰੂਸ ਨੂੰ ਫੋਨ ਵੀ ਕਰਤਾ, ਅੱਛਾ ਵੀ ਬਹੁਤ ਚੰਗੀ ਗੱਲ ਆ, ਤੂੰ ਹੁਣ 83 ਸਾਲ ਤੱਕ ਆਪਣੇ ਆਪ ਨੂੰ ਪ੍ਰਧਾਨ ਨੂੰ ਵੋਟਾਂ ਪੈ ਗਈਆਂ ਨਾ, ਪੁਟਿਨ ਨੇ ਵੋਟਾਂ 70% ਤੋਂ ਉੱਪਰ ਲੈ ਲਈਆਂ, ਆਪਣੇ ਆਪ ਨੂੰ ਪੱਕਾ ਲੀਡਰ ਚੇਅਰਮੈਨ ਮਾਓ ਵਾਂਗੂ ਬਣਾ ਲਿਆ। ਤੇ ਉਹਨੂੰ ਵਧਾਈ ਵੀ ਦੇਤੀ ਹੋਊਗੀ ਕਿ ਤੈਨੂੰ ਵਧਾਈ ਹੋਵੇ, ਨਾਲ ਇਹ ਵੀ ਧਿਆਨ ਰੱਖੀ ਵੀ ਬੜਾ ਦਬਾਅ ਪਿਆ ਹੋਇਆ, ਕੁਛ ਨਾ ਕੁਛ ਸਾਡਾ ਆਸਰਾ ਬਣ, ਜਿਹੜੇ ਮਿਗ ਜਰਾ ਸਸਤੇ ਦੇ ਦੇਈ। ਉਹਦੇ ਤੋਂ ਇਹ ਲੈ ਲਿਆ, ਉਹ S-400 ਜਿਹੜਾ ਮਿਜ਼ਾਈਲ ਸਿਸਟਮ ਉਹ ਲੈਣਾ, ਉਹਨੂੰ ਛੇਤੀ ਡਿਲੀਵਰ ਕਰੀ। ਇਹ ਫੋਨਾ ਫਾਨੀ ਤੇ ਕੱਲ ਗੱਲ ਪੁਟਿਨ ਦੀ ਤੇ ਮੋਦੀ ਜੀ ਦੀ ਹੋਈ ਹੈ। ਅਸੀਂ ਉਦੋਂ ਜਾਗਦੇ ਹਾਂ ਜਦੋਂ ਸਾਡੇ ਸਿਰ 'ਚ ਸੋਟਾ ਪੈਂਦਾ। ਇਹ ਕੋਈ ਸਿਆਣਪ ਦੀ ਗੱਲ ਨਹੀਂ। LAC ਕੋਈ ਅੱਜ ਦਾ ਮਾਮਲਾ ਆ, ਸਨ 62 ਤੋਂ ਉਦੋਂ ਪਹਿਲਾਂ ਦਾ ਮਾਮਲਾ ਆ। ਸਾਡੇ ਜਦ ਬਾਰਡਰ ਕਲੀਅਰ ਕੱਟ ਨਹੀਂ ਸੀਗੇ, ਮੈਕਮੋਹਨ ਲਾਈਨ ਜਿਹੜੀ ਹੈ ਉੱਧਰ ਅਰੁਣਾਚਲ ਵੱਲ ਉਸ ਪਾਸੇ ਤੇ ਇੱਧਰ ਸਾਡੀ LAC, ਇਹ ਦੋਵਾਂ ਨੂੰ ਕਲੀਅਰ ਕੱਟ ਡਿਮਾਰਕੇਸ਼ਨ ਬੜੀ ਦੇਰ ਪਹਿਲਾਂ ਤੋਂ ਹੋ ਜਾਣੀ ਚਾਹੀਦੀ ਸੀ। 62 ਕਦੋਂ ਦਾ ਲੰਘਿਆ ਹੋਇਆ। ਹੁਣ ਜਦੋਂ ਉਹਨਾਂ ਨੇ ਇਨਕਰੋਚ ਕਰਕੇ ਆਪਣੀ ਤਾਕਤ, ਜਿਵੇਂ ਜਿਹਦੀ ਤਾਕਤ ਵਧੂਗੀ ਉਹ ਹੌਲੀ 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 ਆਪਣੇ ਪਰ ਤੇ ਫੈਲਾਊਗਾ, ਪੈਰ ਵੀ ਫੈਲਾਊਗਾ। ਅਸੀਂ ਸੁੱਤੇ ਰਹੇ। ਹੁਣ ਅਚਾਨਕ ਜਦੋਂ ਏਡੇ ਵੱਡੇ ਪੱਧਰ ਤੇ ਹੋ ਗਿਆ ਤਾਂ ਹੁਣ ਫਿਰ ਅਸੀਂ ਜਾਗੇ ਹਾਂ ਕਿ ਹੁਣ ਹਥਿਆਰ ਵੀ ਖਰੀਦੋ, ਮੀਟਿੰਗ ਵੀ ਕਰੋ, ਪੁਟਿਨ ਨੂੰ ਵੀ ਕਰੋ, ਥੋੜ੍ਹਾ ਜਿਹਾ ਸ਼ਾਇਦ ਟਰੰਪ ਵੱਲ ਵੀ ਅੱਖ ਮਟੱਕਾ ਕਰੋ। ਠੀਕ ਹੈ, ਲੇਟ ਆਏ, ਆਉਣਾ ਪੈਣਾ ਸੀ, ਆਉਣਾ ਚਾਹੀਦਾ ਆ, ਪਰ ਜਿਹੜੇ ਫੈਸਲੇ ਹੁਣ ਸਰਕਾਰ ਨੇ ਲਏ ਨੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਸਕਦੇ? ਬਿਲਕੁਲ, ਮੈਂ ਉੱਥੇ ਹੀ ਆਉਣ ਲੱਗਾ ਸੀ ਵੀ ਸਾਡਾ ਰਿਐਕਸ਼ਨ ਅਸਲ ਵਿੱਚ ਕੀ ਆ। ਐਪਾਂ ਬੰਦ ਕਰ ਦਿਓ, ਉਹਨਾਂ ਦਾ ਮਾਲ ਖਰੀਦਣਾ ਬੰਦ ਕਰ ਦਿਓ, ਮਾਲ ਜਿਹੜਾ ਪਿਆ ਆ ਪੋਰਟ ਦੇ ਉੱਤੇ ਉਹਨੂੰ ਰਿਲੀਜ਼ ਨਾ ਕਰੋ। ਕਸਟਮ ਵਾਲਿਆਂ ਨੇ ਰਿਲੀਜ਼ ਨਹੀਂ ਕੀਤਾ। ਔਰ ਸਾਡੀਆਂ ਜਿਹੜੀਆਂ ਐਕਸਪੋਰਟ ਇੰਪੋਰਟ ਇੰਡਸਟਰੀ ਦੇ ਜਿਨ੍ਹਾਂ ਦਾ ਕਾਰੋਬਾਰ ਆ, ਉਹ ਕਾਰੋਬਾਰੀ ਜਾ ਕੇ ਸ਼ਿਕਾਇਤਾਂ ਕਰ ਰਿਹਾ ਵੀ ਤੁਸੀਂ ਸਾਡਾ ਪੱਠਾ ਕਿਉਂ, ਸਾਨੂੰ ਕਾਹਦੀ ਸਜ਼ਾ ਦੇ ਰਹੇ ਆ, ਸਾਡਾ ਤਾਂ ਕੰਮ ਸਾਰਾ ਚੌਪਟ ਹੋ ਜਾਊਗਾ, ਇਹਦੇ ਨਾਲ ਦੇਸ਼ ਦਾ ਨੁਕਸਾਨ ਹੋ ਜਾਊਗਾ। ਕੋਈ ਦੇਸ਼ ਭਗਤੀ ਨਹੀਂ ਹੈ। ਹੁਣ ਗਡਕਰੀ ਜੀ ਕਹਿ ਰਹੇ ਆ ਕਿ ਮੈਂ ਰੋਡ ਦਾ ਕੰਸਟਰਕਸ਼ਨ ਦਾ ਕੋਈ ਵੀ ਇਹੋ ਜਿਹਾ ਬਹੁਤਾ ਵੱਡਾ ਠੇਕਾ ਨਹੀਂ ਦਊਂਗਾ ਜਿਹਦੇ ਵਿੱਚ ਚੀਨ ਦੀ ਹਿੱਸੇਦਾਰੀ ਵੀ ਹੋਵੇ। ਚੀਨ ਨੂੰ ਨਾ ਹੋਵੇ, ਚੀਨ ਦੀ ਹਿੱਸੇਦਾਰੀ ਵੀ ਹੋਵੇ। ਨਾ ਲਓ, ਕਿਤੇ ਹੋਰ ਲੈ ਲਓ, ਸਸਤਾ ਲੈ ਲਓ, ਤੇ ਮੰਡੀ ਹੈ। ਤੁਸੀਂ ਕੋਈ ਜਦੋਂ ਚੀਨ ਦਾ ਮਾਲ ਖਰੀਦਦੇ ਸੀਗੇ ਉਹ ਇਸ ਕਰਕੇ ਖਰੀਦਦੇ ਸੀ ਵੀ ਚੀਨ ਨੂੰ ਮਜ਼ਬੂਤ ਕਰਨ ਲਈ? ਬਿਲਕੁਲ ਨਹੀਂ, ਆਪਣੇ ਆਪ ਨੂੰ ਮਜ਼ਬੂਤ ਕਰਨ ਲਈ। ਆਪਣੇ ਆਪ ਨੂੰ ਮਜ਼ਬੂਤ ਕਰਨ ਲਈ, ਕਿਉਂਕਿ ਜਿਸ ਕੁਆਲਿਟੀ ਦੀ ਕੋਈ ਚੀਜ਼ ਖਰੀਦਣੀ ਸੀ, ਭਾਵੇਂ ਇਲੈਕਟ੍ਰੋਨਿਕਸ ਹੋਵੇ, ਭਾਵੇਂ ਕੋਈ ਕਿਸੇ ਕਿਸਮ ਦਾ ਵੀ ਮਾਲ ਹੋਵੇ, ਉਹ ਸਾਨੂੰ ਮੰਡੀ ਦੇ ਵਿੱਚ, ਇੰਟਰਨੈਸ਼ਨਲ ਮੰਡੀ 'ਚ ਦੂਜਿਆਂ ਨਾਲੋਂ ਸਸਤਾ ਤੇ ਐਜ਼ ਪਰ ਦਾ ਕੁਆਲਿਟੀ ਮਿਲਦਾ ਸੀਗਾ। ਅਸੀਂ ਤਾਂ ਹੀ ਸਾਰਾ ਖਰੀਦਦੇ ਹਾਂ, ਭਾਵੇਂ ਉਹ ਸਪੋਰਟਸ ਹੋਵੇ, ਭਾਵੇਂ ਗਣੇਸ਼ ਦੀ ਮੂਰਤੀ ਹੋਵੇ, ਜੋ ਮਰਜ਼ੀ ਹੋਵੇ। ਪਰ ਹੁਣ ਅਸੀਂ ਇੱਕਦਮ ਬੰਦ ਕਰਕੇ ਆਪਣਾ ਨੁਕਸਾਨ ਕਰ ਰਹੇ ਕਿ ਚੀਨ ਦਾ ਨੁਕਸਾਨ ਕਰ ਰਹੇ? ਇਹ ਲੱਗਦੀ ਤਾਂ ਬੜੀ ਦੇਸ਼ ਭਗਤੀ ਦਾ ਸਟੈਪ ਆ ਕਿ ਦੇਖੋ ਜੀ ਸਾਡੇ ਅੰਦਰ ਅਸੀਂ ਆਪਣੇ ਹਰ ਸੁੱਖ ਸਹੂਲਤ ਨੂੰ ਦੇਸ਼ ਦੀ ਖਾਤਰ ਤਿਆਗ ਕਰ ਦਾਂਗੇ। ਪਰ ਇਹਦੇ ਨਾਲ ਚੀਨ ਨੂੰ ਬਹੁਤਾ ਫਰਕ ਨਹੀਂ ਪੈਣਾ। ਕੋਈ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਚੀਨ ਦੇ ਟੋਟਲ ਵਪਾਰ ਦਾ ਸਾਡੇ ਨਾਲ ਜਿਹੜਾ ਵਪਾਰ ਇੰਡੀਆ ਨਾਲ ਸਿਰਫ 2%। ਹਾਂ, ਇਹ ਗੱਲ ਜ਼ਰੂਰ ਹੈ ਕਿ ਚੀਨ ਸਾਨੂੰ ਜ਼ਿਆਦਾ ਇੱਥੇ ਮਾਲ ਭੇਜਦਾ ਸੀ ਤੇ ਸਾਡਾ ਘੱਟ ਖਰੀਦਦਾ ਸੀ। ਉਨਾ ਕੁ ਨੁਕਸਾਨ ਜਿਹੜਾ ਉਹਨੂੰ ਜ਼ਰੂਰ ਹੋਊਗਾ। ਪਰ ਮੈਨੂੰ ਲੱਗਦਾ ਕਿ ਉਹ ਨੁਕਸਾਨ, ਕਿਉਂਕਿ ਉਹਨਾਂ ਦੀ ਇਕਨੋਮੀ ਸਾਡੇ ਨਾਲੋਂ 4-5 ਗੁਣਾ ਜ਼ਿਆਦਾ ਮਜ਼ਬੂਤ ਆ, ਉਹ ਉਨਾ ਕੁ ਨੁਕਸਾਨ ਚੱਲ ਜਾਣਗੇ। ਕਿ ਸਾਡੀ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਇਹ ਚੀਜ਼ਾਂ ਜਿਹੜੀਆਂ ਸਾਨੂੰ ਬੈਨ ਕਰਨ ਨੂੰ ਕੀਤੀਆਂ ਜਾ ਰਹੀਆਂ, ਉਹਦੀ ਪ੍ਰੋਡਕਸ਼ਨ ਪਹਿਲਾਂ ਹੀ ਆਪਣੇ ਦੇਸ਼ ਦੇ ਵਿੱਚ ਹੁੰਦੀ ਤਾਂ ਫਿਰ ਸ਼ਾਇਦ ਇਸ ਫੈਸਲੇ ਨੂੰ ਕਿਤੇ ਨਾ ਕਿਤੇ ਸਹੀ ਮੰਨਿਆ ਜਾ ਸਕਦਾ ਸੀ। ਤੁਸੀਂ ਤਾਂ ਬਿਲਕੁਲ ਆਖਰੀ ਗੱਲ ਕਹਿਤੀ ਕੌਮੀ, ਤਾਂ ਬਿਲਕੁਲ ਇਹ ਠੀਕ ਕਹਿ ਰਹੇ। ਤੇ ਹੁਣ ਅਸੀਂ ਇੱਕ ਹੋਰ ਜਿਹੜਾ ਅਹਿਮ ਮੁੱਦਾ ਹੈਗਾ ਆ, ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ 9 ਖਾਲਿਸਤਾਨ ਪੱਖੀ ਵਿਅਕਤੀਆਂ ਨੂੰ ਜਿਹੜਾ ਅੱਤਵਾਦੀ ਕਰਾਰ ਦਿੱਤਾ ਗਿਆ। ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਅੱਜ ਦੀ ਨਵੀਂ ਗੱਲ ਤੇ ਹੈ ਨਹੀਂ। ਤੁਹਾਨੂੰ ਪਤਾ ਕਿ UK ਦੇ ਵਿੱਚ ਵੀ ਇੱਕ ਵੱਡੀ ਕਾਨਫਰੰਸ ਹੋਈ ਸੀ, ਉਦੋਂ ਵੀ ਇੱਥੇ ਬੜਾ ਰੌਲਾ ਹੋਇਆ ਸੀ ਕਿ ਪਤਾ ਨਹੀਂ ਕਿਹੜਾ ਰਿਜ਼ੋਲਵ ਹੋ ਜਾਣਾ, ਰੈਜ਼ੋਲੂਸ਼ਨ ਪਾਸ ਹੋ ਜਾਣਾ, ਮਾਰ ਇੱਥੇ ਚੋ ਕਿਤੇ ਟੀਵੀਆਂ ਨੇ ਰੌਲਾ ਪਾਇਆ। ਇੱਕ ਪ੍ਰੋਬਲਮ ਤੇ ਚੱਲ ਰਹੀ ਹੈ, ਸਾਡੇ ਦੇਸ਼ ਦੇ ਅੰਦਰ ਜਿਹੜਾ ਸੈਕੂਲਰ ਫੈਬਰਿਕ ਹੈ ਉਹ ਕਮਜ਼ੋਰ ਹੋਇਆ। ਔਰ ਹੁਣ ਪਿਛਲੇ ਜਦੋਂ ਦੀ BJP ਦੀ ਸਰਕਾਰ ਆਈ ਆ, ਉਹ ਤੇ ਸਿੱਧੀਆਂ ਹੀ ਬੜਕਾ ਮਾਰਦੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਤੁਹਾਨੂੰ ਪਤਾ ਕਿ ਸੁਪਨਾ ਜਿਹੜਾ ਨਾਗਪੁਰ ਦੇ ਵਿੱਚ RSS ਦਾ ਸੁਪਨਾ ਕਿ ਹਿੰਦੂਆਂ ਦਾ ਕਿਤੇ ਘਰ ਥਾਂ ਨਹੀਂ ਹੈ, ਇਹੀ ਦੇਸ਼ ਆ ਕਿ ਜਿੱਥੇ ਉਹ ਆਪਣਾ ਹਿੰਦੂ ਰਾਸ਼ਟਰ ਦਾ ਨਿੱਘ ਮਾਣ ਸਕਦੇ ਆ। ਉਸੇ ਤਰੀਕੇ ਨਾਲ ਜਿਵੇਂ ਸਿੱਖਾਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾ ਕੇ ਇਹ ਕਿਹਾ ਸੀ ਕਿ ਸਿੱਖਾਂ ਨੂੰ ਵੀ ਕੋਈ ਇਹੋ ਜਿਹੀ ਜਗ੍ਹਾ ਚਾਹੀਦੀ ਹੈ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਜਦੋਂ ਹੁਣ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਨਗੇ, ਕਾਨਸਟੀਟਿਊਸ਼ਨ ਨੂੰ ਇੱਕ ਪਾਸੇ ਰੱਖ ਕੇ, ਕਾਨਸਟੀਟਿਊਂਟ ਅਸੈਂਬਲੀ ਦਾ ਜਿਹੜਾ ਇੱਕ ਮਤਲਬ ਕੰਪਰੋਮਾਈਜ਼ ਕਾਨਸਟੀਟਿਊਸ਼ਨ ਅਲਟੀਮੇਟਲੀ ਬਣਿਆ, ਜੋ ਵੀ ਉਹਦੇ ਚੋਂ ਬਣਿਆ, ਤਾਂ ਤੁਸੀਂ ਕੁਦਰਤੀ ਹੈ ਕਿ ਦੂਜੇ ਪਾਸੇ ਜਿਹੜੀਆਂ ਘੱਟ ਗਿਣਤੀਆਂ ਹੋਣਗੀਆਂ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰਨਗੀਆਂ, ਉਹ ਆਪਣਾ ਕੰਮ ਤੇਜ਼ ਕਰਨਗੀਆਂ। ਇਸ ਕਰਕੇ ਮੈਨੂੰ ਤਾਂ ਐਂ ਲੱਗਦਾ ਕਿ ਜਿੰਨੀ ਇਹ ਟਸਲ ਵੱਧਦੀ ਹੈ
ਕੇਸ ਬਣਾ ਲੈਣ। ਉਹ ਇੱਥੇ ਕੋਈ ਪੋਸਟਰ ਲੱਗ ਗਏ ਆ, ਬੋਰਵਲ ਕੁਝ ਪਿੰਡਾਂ 'ਚ ਕੁਝ ਪੋਸਟਰ ਲੱਗ ਗਏ ਆ, 10-12 ਪੋਸਟਰ ਦੇਖੇ ਗਏ ਆ। ਅੰਮ੍ਰਿਤਸਰ ਦੇ ਵਿੱਚ ਸਿਕਿਉਰਿਟੀ ਦਰਬਾਰ ਸਾਹਿਬ ਦੇ ਚਾਰੋਂ ਤਰਫ ਵਧਾ ਦਿੱਤੀ ਆ, ਇਹ ਕਹਿ ਕੇ ਕਿ 4 ਤਰੀਕ ਨੂੰ ਉੱਥੇ ਉਹਨਾਂ ਨੇ ਮੈਂਬਰਸ਼ਿਪ ਕਰਨੀ ਸ਼ੁਰੂ ਕਰਨੀ ਆ, ਰੈਫਰੈਂਡਮ ਹਾਂਜੀ 2020 ਸ਼ੁਰੂ ਹੋਣਾ ਆ, ਕਿਉਂਕਿ ਕਰੋਨਾ ਕਰਕੇ ਨਹੀਂ ਹੋ ਸਕਿਆ। ਸ਼ਾਇਦ ਇੱਧਰ ਨੂੰ ਜ਼ਿਆਦਾ ਫੋਕਸ ਹੁੰਦਾ, ਉਹ ਗੁਰਪਤਵੰਤ ਪੰਨੂ ਦਾ ਵੀ ਜ਼ਿਆਦਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਓਵਰਆਲ ਸਾਡੀ ਸਰਕਾਰ ਵੱਲੋਂ ਉਸ ਮੂਵਮੈਂਟ ਨੂੰ ਕਮਜ਼ੋਰ ਕਰਨਾ ਜਾਂ ਖਤਮ ਕਰਨ ਦੀ ਜਗ੍ਹਾ ਸਗੋਂ ਉਹਨਾਂ ਨੂੰ ਹੋਰ ਆਧਾਰ ਤੇ ਦੇ ਰਿਹਾ ਔਰ ਮਜ਼ਬੂਤੀ ਕਰ ਰਿਹਾ। ਔਰ ਉਹਨਾਂ ਨੂੰ ਜਦੋਂ ਐਡੀ ਵੱਡੀ ਸਰਕਾਰ ਕਿਸੇ ਇਹੋ ਜਿਹੇ ਡੈਸਪਰੇਟ ਗਰੁੱਪ ਜਿਹੜੇ ਛੋਟੇ ਜਿਹੇ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਹੈਗੇ ਆ ਗਰੁੱਪ, ਉਹਨਾਂ ਨੂੰ ਦਿੰਦੇ ਆ, ਰੈਕੋਗਨੀਸ਼ਨ ਦਿੰਦੇ ਆ, ਇਹ ਕਹਿ ਕੇ ਕਿ ਅਸੀਂ ਤੁਹਾਡੇ ਤੇ ਕੇਸ ਬਣਾਇਆ, ਤਾਂ ਉਹਨਾਂ ਨੂੰ ਮਜ਼ਬੂਤ ਕਰਦੇ ਆ। ਲੋਕ ਉਹਨਾਂ ਨਾਲ ਹੋਰ ਜੁੜਨਗੇ, ਲੋਕ ਵੀ ਜੁੜਨਗੇ। ਔਰ ਇੱਕ ਤੁਸੀਂ ਉਸ ਗੱਲ ਨੂੰ ਜਦੋਂ ਬਾਰ-ਬਾਰ ਕ੍ਰਿਟੀਸਾਈਜ਼ ਕਰਦੇ ਆ ਤੇ ਆਪਣੇ ਬਰਾਬਰ ਤੇ ਲੈ ਹੀ ਆਉਂਦੇ ਆ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਇਹ ਹਵਾ ਮਿਲੀ ਹੈ। ਇੱਕ ਪਾਸੇ ਹਿੰਦੂ ਰਾਸ਼ਟਰ, ਇੱਕ ਪਾਸੇ ਸਿੱਖ ਜਿਹੜੇ ਇਸ ਕਿਸਮ ਦੇ ਫੰਡਾਮੈਂਟਲਿਸਟ ਕਹਿ ਲਓ ਤੁਸੀਂ, ਜਾਂ ਜਿਹੜੇ ਉਸ ਕਿਸਮ ਦੇ ਖਾਲਿਸਤਾਨ ਦੇ ਜਿਹੜੇ ਚਿੱਟੇ ਨੰਗੇ ਚਿੱਟੇ ਕਿ ਇੱਥੇ ਆਜ਼ਾਦ ਖਾਲਿਸਤਾਨ ਜਾਂ ਆਜ਼ਾਦ ਜਿਸ ਤਰ੍ਹਾਂ ਪਾਕਿਸਤਾਨ ਬਣਿਆ ਉਹ ਹੋਣਾ ਚਾਹੀਦਾ, ਜੋ ਵੀ ਉਹਨਾਂ ਦੀ ਆਜ਼ਾਦ ਹੋਵੇ ਜਾਂ ਆਟੋਨੋਮਸ ਹੋਵੇ ਜਾਂ ਕਸ਼ਮੀਰ ਵਾਂਗੂ ਹੋਵੇ, ਵਿੱਚ ਰਹਿੰਦਿਆਂ ਹੋਇਆਂ ਕੁਛ ਅਧਿਕਾਰ ਹੋਣ। ਇਹ ਤੇ ਅਲੱਗ-ਅਲੱਗ ਆਪਣੀਆਂ ਡੈਫੀਨੇਸ਼ਨਾਂ ਹੈ। ਪਰ ਜੇ ਇਸ ਤਰੀਕੇ ਨਾਲ ਸਰਕਾਰ ਲਗਾਤਾਰ ਉਹਨਾਂ ਤੇ ਹਮਲਾ ਰੱਖੂਗੀ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਡੈਂਟ ਪਾਉਣ 'ਚ ਕਾਮਯਾਬ ਹੋਊਗੀ, ਰਾਦਰ ਸਗੋਂ ਉਹਨਾਂ ਦੀ ਮਹੱਤਤਾ ਹੀ ਵਧਾਊ। ਬਿਲਕੁਲ। ਇੱਕ ਹੋਰ ਅਸੀਂ ਅਹਿਮ ਮਸਲੇ ਤੇ ਗੱਲ ਕਰ ਲਈ, ਕਿਉਂਕਿ ਆਮ ਲੋਕਾਂ ਨਾਲ ਜੁੜੀ ਹੋਈ ਗੱਲ ਹੈਗੀ ਆ। ਆਮ ਲੋਕਾਂ ਤੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਆ, ਦੂਜੇ ਪਾਸੇ ਕਰੋਨਾ ਦੀ ਮਾਰ ਜਿਹੜੀ ਆ ਉਹਨਾਂ ਤੇ ਉਹ ਚੱਲ ਰਹੇ ਨੇ, ਤੇ ਨਾਲ ਜਿਸ ਤਰ੍ਹਾਂ ਦੇ ਸਰਕਾਰ ਦੇ ਫੈਸਲੇ ਨੇ ਮਹਿੰਗਾਈ ਦੀ, ਜੇ ਅਸੀਂ ਖਾਸ ਤੌਰ ਤੇ ਗੱਲ ਕਰ ਲਈਏ ਤਾਂ ਪਹਿਲਾਂ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਵਧਾਏ ਗਏ, ਉਸ ਤੋਂ ਬਾਅਦ ਫਿਰ ਜਿਹੜੇ ਆ ਬੱਸਾਂ ਦੇ ਕਿਰਾਏ ਪੰਜਾਬ ਸਰਕਾਰ ਵੱਲੋਂ ਜਿਹੜੇ ਉਹ ਵਧਾ ਦਿੱਤੇ ਗਏ, ਫਿਰ ਉਸ ਤੋਂ ਬਾਅਦ ਜਿਹੜੇ ਆ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ। ਸੋ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਸਿੱਧੇ ਤੌਰ ਤੇ ਅਸੀਂ ਆਮ ਲੋਕਾਂ ਤੇ ਵੱਡੀ ਮਾਰ ਜਿਹੜੀ ਆ ਉਹ ਕਹਿ ਸਕਦੇ ਹਾਂ। ਸੋ ਤੁਸੀਂ ਇਸ ਸਭ ਨੂੰ ਕਿੱਦਾਂ ਦੇਖਦੇ ਹੋ? ਮੈਂ ਜੀ ਸੱਚੀ ਗੱਲ ਕਹਾਂ, ਜੇ ਮੈਨੂੰ ਲੱਗਦਾ ਇਹ ਲੋਕਾਂ ਤੇ ਜ਼ੁਲਮ ਹੀ ਨਹੀਂ ਹੈ, ਇਹ ਦੇਸ਼ ਧਰੋਹੀ ਵੀ ਹੈ। ਇਹਨਾਂ ਲੋਕਾਂ ਤੇ ਮੁਕੱਦਮਾ ਜਾਰੀ ਹੋਣਾ ਚਾਹੀਦਾ ਦੇਸ਼ ਧਰੋਹੀ ਦਾ। ਦੇਸ਼ ਧਰੋਹੀ ਹੋਰ ਕੀ ਹੁੰਦਾ ਕਿ ਤੁਸੀਂ ਦੇਸ਼ ਦੇ ਹਿੱਤ 'ਚ ਨਹੀਂ ਕੰਮ ਕਰ ਰਹੇ, ਤੁਸੀਂ ਇਹੋ ਜਿਹਾ ਟੈਕਸ ਲਾ ਰਹੇ ਆ ਜਿਹਦੇ ਨਾਲ ਹਰ ਗਰੀਬ ਤੋਂ ਗਰੀਬ ਵੀ ਤੇ ਮਿਡਲ ਕਲਾਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੀ ਹੈ, ਕਿਉਂਕਿ ਜਨਰਲ ਪ੍ਰਾਈਸ ਇੰਡੈਕਸ ਵੱਧ ਜਾਊਗਾ। ਜੇ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਜ਼ਿਆਦਾ ਵਧਣਗੀਆਂ ਤੇ ਕੁਦਰਤੀ ਹਰ ਚੀਜ਼ ਦੀ ਜਨਰਲ ਮਹਿੰਗਾਈ ਵਧੂਗੀ ਤੇ ਲੋਕਾਂ ਦੀ ਜਿਹੜੇ ਕੰਟਰੋਲ ਤੋਂ ਚੀਜ਼ਾਂ ਬਾਹਰ ਚਲੇ ਜਾਣਗੀਆਂ। ਆ ਹੁਣ ਤੁਸੀਂ ਲੈ ਲਓ ਇੱਥੇ ਸੜੀਆਂ ਜਿਹੜੀਆਂ ਸਬਜ਼ੀਆਂ, ਜਿਹਦਾ ਦੇਖਣ ਨੂੰ ਵੀ ਜੀ ਨਾ ਕਰਦੇ, ਕਈਆਂ 'ਚ ਤਾਂ ਬਦਬੂ ਵੀ ਮਾਰਦੀ ਆ। 40 ਰੁਪਏ ਕਿਲੋ, 60 ਰੁਪਏ ਕਿਲੋ। ਪਰਸੋਂ ਮੈਂ ਮਟਰ ਖਰੀਦੇ ਆ 120 ਰੁਪਏ ਕਿਲੋ। ਆ ਪਿੱਛੇ ਜੇ ਗੰਢੇ ਸੀਗੇ 150 ਰੁਪਏ ਕਿਲੋ ਹੋ ਗਏ। ਹੁਣ ਤੁਸੀਂ ਦੇਖਿਓ ਕਿ ਇਹ ਜਿਹੜੀਆਂ ਛੋਟੀਆਂ ਰੋਜ਼ਮਰਾ ਦੀਆਂ ਚੀਜ਼ਾਂ ਆ, ਉਹ ਸਮਾਨ ਨੂੰ ਉਹਨਾਂ ਦੀਆਂ ਕੀਮਤਾਂ ਛੂ ਜਾਣਗੀਆਂ, ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਮੇਰਾ ਖਿਆਲ ਹੈ ਕਿ ਜਿਹੜਾ ਇਹ ਜਿਹੜਾ ਟੈਕਸ ਐਡਾ ਵੱਡੇ ਪੱਧਰ ਤੇ ਪੈਟਰੋਲ ਡੀਜ਼ਲ ਤੇ ਗੈਸ ਤੇ ਲਾਉਣਾ, ਇਹਦੇ ਤੋਂ ਤੇ ਬਾਜ਼ ਆਉਣਾ ਚਾਹੀਦਾ। ਇਹਨੂੰ ਘੱਟੋ ਘੱਟ ਅੱਧਾ ਤੁਰੰਤ ਕਰਨਾ ਚਾਹੀਦਾ ਜੇ ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਣਾ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਮੈਨੂੰ ਲੱਗਦਾ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਲੀਡਰ ਦਿਖਾਵਾ ਕਰਦੀਆਂ ਨੇ ਲੋਕਾਂ ਦੇ ਨਾਲ ਹੋਣ ਦਾ, ਪਰ ਜੋ ਪਾਲਿਸੀਜ਼ ਬਣਾ ਰਹੀਆਂ ਨੇ, ਜੋ ਫੈਸਲੇ ਲੈ ਰਹੇ ਨੇ, ਉਹ ਸਿੱਧੇ ਤੌਰ ਤੇ ਲੋਕਾਂ ਦੇ ਜਿਹੜੇ ਆ ਉਹ ਖਿਲਾਫ ਹੈਗੇ ਨੇ। ਉਹ ਉਹਨਾਂ ਦੀ ਅਸਲ ਨੀਅਤ ਜਿਹੜੀ ਕਿਤੇ ਨਾ ਕਿਤੇ ਉਹ ਦੇਖਣ ਨੂੰ ਮਿਲ ਸਕਦੀ ਹੈ। ਹਾਂ ਬਿਲਕੁਲ, ਤੁਸੀਂ ਮੇਰੇ ਮੂੰਹੋਂ ਘੁਮਾਉਣਾ ਚਾਹੁੰਦੇ, ਤੁਸੀਂ ਸਾਰੀ ਗੱਲ ਬਿਲਕੁਲ ਸਹੀ ਕਹੀ ਹੈ ਕਿ ਸਰਕਾਰਾਂ ਦਾ ਮਤਲਬ ਹੀ ਹੁੰਦਾ ਆ ਕਿ ਆਮ ਬੰਦੇ ਦੀਆਂ ਜੇਬਾਂ 'ਚੋਂ ਭਾਵੇਂ ਉਹ ਟੈਕਸਾਂ ਰਾਹੀਂ ਪੈਸਾ ਕੱਢ ਲੈਣ, ਭਾਵੇਂ ਉਹ ਮਹਿੰਗਾਈ ਕਰਕੇ ਕੱਢ ਲੈਣ, ਉਹ ਪੈਸਾ ਬੈਂਕਾਂ 'ਚ ਲਿਜਾਣਾ ਟੈਕਸਾਂ 'ਚ ਕਰਕੇ ਜਾਂ ਹੋਰ ਕਿਸੇ ਜਮ੍ਹਾਂ ਕਰਵਾ ਕੇ, ਉਹ ਪੈਸਾ ਮਗਰੋਂ ਕਾਰਪੋਰੇਟਾਂ ਨੂੰ ਦੇਣਾ, ਮਗਰੋਂ NPA ਡਿਕਲੇਅਰ ਕਰ ਦੇਣਾ। ਉਹਨਾਂ ਨੂੰ ਕਹਿਣਾ ਚੰਗਾ ਤੁਸੀਂ ਹੁਣ ਪੈਸਾ ਲੈ ਜਾਓ, ਜਿਸ ਤਰ੍ਹਾਂ ਉਹ ਇੱਕ ਨੀਰਵ ਮੋਦੀ ਲੈ ਕੇ ਚਲਾ ਗਿਆ ਪੈਸਾ, ਜਾਂ ਮਾਲੀਆ ਲੈ ਕੇ ਗਿਆ ਹੋਇਆ। ਇਹ ਕੰਮ ਸਰਕਾਰਾਂ ਦਾ ਤੇ ਬੈਂਕਾਂ ਦਾ ਵੀ ਇਹੋ ਕੰਮ ਆ। ਇਹ ਬੈਂਕਾਂ ਲੋਕਾਂ ਦੀ ਮਦਦ ਲਈ ਨਹੀਂ ਹੈਗੀਆਂ। ਬੈਂਕਾਂ ਰਾਹੀਂ ਪੈਸਾ ਸਾਡਾ ਹਮੇਸ਼ਾ ਕਾਰਪੋਰੇਟਾਂ ਨੂੰ ਦਿੱਤਾ ਜਾਂਦਾ ਤੇ ਬਾਅਦ 'ਚ ਵੱਡਾ ਹਿੱਸਾ ਉਹਦੇ 'ਚੋਂ ਮਾਫ ਵੀ ਕਰ ਦਿੱਤਾ ਜਾਂਦਾ। ਸਰਕਾਰਾਂ ਲੋਕਾਂ ਦੀ ਸੇਵਾ ਲਈ, ਜੇ ਇਹ ਲੋਕ ਸੋਚਦੇ ਕਿ ਸਰਕਾਰਾਂ ਵੈਲਫੇਅਰ ਸਟੇਟ ਹੈ, ਸਾਡੀ ਸੇਵਾ ਲਈ ਹੈ, ਲੋਕਾਂ ਨੂੰ ਤੇ ਉਹਨਾਂ ਕੁ ਦੇਣਗੇ ਜਿੰਨਾ ਕੋ ਰੌਲਾ ਨਾ ਪਾਉਣ, ਸੜਕਾਂ ਤੇ ਨਾ ਆ ਜਾਣ, ਤਾਂ ਕਿ ਚੀਜ਼ ਥੋੜੀ ਸ਼ਾਂਤੀ ਰਹੇ। ਜੇ ਉਹ ਸ਼ਾਂਤੀ ਜ਼ਿਆਦਾ ਰਹੇ, ਜਿਵੇਂ ਕਿ ਹੁਣ ਕਰੋਨਾ ਵੇਲੇ ਤੇ ਸ਼ਾਂਤੀ ਇਸ ਕਰਕੇ ਕਿਉਂਕਿ ਡੰਡੇ ਨਾਲ ਸ਼ਾਂਤੀ ਕੀਤੀ, ਘਰੋਂ ਘਰੀ ਲੋਕ ਵਾੜੇ ਹੋਏ ਆ, ਪੁਲਿਸ ਰਾਜ ਆ, ਆਰਮੀ ਦਾ ਰਾਜ ਬਣਿਆ ਹੋਇਆ ਇਸ ਕਿਸਮ ਦਾ, ਤੇ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦਾ ਵਡੰਗਾ ਲੋਕਾਂ ਦੇ ਅਗੇਂਸਟ ਹੋਰ ਵੀ ਹੋ ਜਾਊਗਾ। ਨਹੀਂ ਤੇ ਅੱਜ ਦੀ ਕਿਸੇ ਦੀ ਐਡੀ ਜ਼ਰੂਰਤ ਨਹੀਂ ਸੀ ਪੈਣੀ ਕਿ ਕੀਮਤਾਂ ਜਿਹੜੀਆਂ ਐਡੇ ਵੱਡੇ ਪੱਧਰ ਤੇ ਤਾਂ ਚੁੱਕਦੀਆਂ ਜਾਣ ਡੀਜ਼ਲ ਦੀਆਂ, ਪੈਟਰੋਲ ਦੀਆਂ, ਕਿਉਂਕਿ ਲੋਕ ਕਰੋਨਾ ਦੀ ਮਾਰ ਥੱਲੇ ਆ, ਲੋਕ ਸਿਵਲ ਪ੍ਰੋਟੈਸਟ ਜ਼ਿਆਦਾ ਨਹੀਂ ਕਰ ਸਕਦੇ, ਤਾਂ ਹੀ ਇਹਨਾਂ ਦੀ ਇੰਨੀ ਜ਼ਰੂਰਤ ਪਈ। ਬਿਲਕੁਲ ਪ੍ਰੋਫੈਸਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਾਰੇ ਮਸਲੇ ਤੇ ਗੱਲਬਾਤ ਦੇ ਲਈ।
ਸੋ ਬਹੁਤ ਸਾਰੇ ਮਸਲਿਆਂ ਤੇ ਪ੍ਰੋਫੈਸਰ ਮਨਜੀਤ ਨੇ ਆਪਣੀ ਜਿਹੜੀ ਰਾਏ ਦੱਸੀ ਆ ਤੇ ਦੱਸਿਆ ਕਿਸ ਤਰੀਕੇ ਨਾਲ ਪੰਜਾਬ ਦੇ ਮੁੱਦੇ ਅਸਲੀਅਤ ਵਿੱਚ ਚੁੱਕੇ ਜਾ ਰਹੇ ਨੇ ਤੇ ਸਿਆਸੀ ਪਾਰਟੀਆਂ ਸਿਆਸੀ ਲੀਡਰ ਕੀ ਕੁਝ ਅਸਲ ਵਿੱਚ ਕਰ ਰਹੇ ਨੇ। ਸੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਅਹਿਮ ਮੁੱਦਿਆਂ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ